ਸਵਾਗਤ ਪੰਜਾਬ ਵਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮੇਗਾ ਪ੍ਰੋਗਰਾਮ ਆਰੋਗ ਜੀਵਨ ਦੇ ਵਿੱਚ ਸਵਾਗਤ ਕਰਦੀ ਹਾਂ। ਆਰੋਗ ਜੀਵਨ ਦੇ ਹਰ ਅੰਕ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਉਸ ਵਿਸ਼ੇ ਬਾਰੇ ਤੁਹਾਨੂੰ ਜਾਣਕਾਰੀ ਦਈਏ ਜਿਹੜੀ ਤੁਹਾਡੀ ਸਿਹਤ ਨੂੰ ਸੁਧਾਰ ਸਕਦੀ ਹੈ, ਸਿਹਤ ਲਈ ਚੰਗਾ ਸਾਬਿਤ ਹੋ ਸਕਦੀ ਹੈ। ਤੇ ਅੱਜ ਜਿਹੜੇ ਖਾਸ ਵਿਸ਼ੇ ਤੇ ਗੱਲਬਾਤ ਰਹੇਗੀ ਜੀ ਉਹ ਹੈ ਹੋਮਿਓਪੈਥੀ ਬਾਰੇ ਅੱਜ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਖਾਸ ਤੌਰ ਤੇ ਸਾਡੇ ਨਾਲ ਮੌਜੂਦ ਨੇ प्रोफेसर डॉक्टर विपुल त्रिखा जी। बहुत बहुत इन्हों का पंजाब वन टीवी के स्टूडियो में स्वागत करते हैं। बहुत मेहरबानी मेगा जी, तुसीं मैनूं मौका दिता कि मैं दर्शकों के रूबरू हो सकिया ते वर्ल्ड लैवल ते मशहूर पंजाब वन टीवी ते अज मैं हाजिर हो सकिया। बहुत मेहरबानी जी, बहुत बहुत धन्यवाद। बहुत बहुत शुक्रिया जी। तो प्रोग्राम की शुरुआत करते हैं तो इत्थों ही गल करनी बनती है कि होम्योपैथी का जो नाम आता है जी तो ये असीं सोचते हैं कि ये वड्डियां लई है है ना कि ਜਿਹੜੇ ਵੱਡੇ ਨੇ ਨੌਜਵਾਨ ਨੇ ਜਾਂ ਬਜ਼ੁਰਗ ਨੇ ਉਹਨਾਂ ਲੋਕਾਂ ਲਈ ਹੋਮਿਓਪੈਥੀ ਹੈ ਜੀ। ਤੇ ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਵਿੱਚ ਕਿ ਬੱਚੇ ਵੀ ਹੋਮਿਓਪੈਥੀ ਦਾ ਸਹਾਰਾ ਲੈ ਕੇ ਆਪਣੀ ਕਿਸੇ ਸਮੱਸਿਆ ਨੂੰ, ਪ੍ਰੋਬਲਮ ਨੂੰ, ਬਿਮਾਰੀ ਨੂੰ ਠੀਕ ਕਰ ਸਕਦੇ ਨੇ? ਮੈਨੂੰ ਨਾ ਤੁਹਾਡਾ ਸਵਾਲ ਸੁਣ ਕੇ ਥੋੜੀ ਜਿਹੀ ਹੈਰਾਨੀ ਹੋਈ ਜੀ ਜੀ ਵੀ ਇਹ ਕਿੱਥੋਂ ਤੁਸੀਂ ਗੱਲ ਸੁਣ ਲਈ ਹੈ, ਕਿੱਥੋਂ ਲੋਕਾਂ ਨੇ ਗੱਲਾਂ ਕੀਤੀਆਂ ਕਿ ਵੱਡਿਆਂ ਲਈ ਹੈ। ਜੀ ਜੀ ਐਸਾ ਕੁਝ ਨਹੀਂ ਹੈ। ਏਜ ਦਾ ਸਾਡੇ 'ਚ ਕੋਈ ਬਾਰ ਨਹੀਂ ਹੈ, ਚਾਹੇ ਉਹ ਵੱਡਾ, ਚਾਹੇ ਬਜ਼ੁਰਗ ਹੈ, ਚਾਹੇ ਬੱਚਾ ਹੈ। ਹੋਮਿਓਪੈਥੀ ਫॉर ਆਲ ਹੈ। ਅੱਜ ਕੱਲ੍ਹ ਤਾਂ ਹੋਮਿਓਪੈਥੀ ਦੇ ਵਿੱਚ ਅਸੀਂ ਪੀਡੀਆਟ੍ਰਿਕ ਕਲੀਨਿਕਸ ਖੁੱਲ੍ਹਣ ਲੱਗ ਗਈਆਂ ਕਿ ਜਿਹੜੀਆਂ ਸਿਰਫ ਬੱਚਿਆਂ ਨਾਲ ਡੀਲ ਕਰਦੀਆਂ। ਜੀ ਜੀ ਆਮ ਤੌਰ 'ਤੇ ਕਹਿੰਦੇ ਨੇ ਕਿ ਬੱਚਿਆਂ ਦੇ ਵਿੱਚ ਪੇਸ਼ੈਂਸ ਨਹੀਂ ਹੈ। ਉਹ ਹੋਮਿਓਪੈਥੀ ਲੇਟ ਅਸਰ ਕਰੇਗੀ ਕਿ ਬੱਚੇ ਇੰਨੀ ਪੇਸ਼ੈਂਸ ਰੱਖਣਗੇ ਕਿ ਉਹ ਜਿੰਨਾ ਦੇਰ ਤੱਕ ਉਹਦਾ ਅਸਰ ਹੋਏ ਕਿ ਉਸ ਚੀਜ਼ ਦਾ ਇੰਤਜ਼ਾਰ ਕਰਨ? ਇਹਦੇ ਦੋ ਪਹਿਲੂ ਹੈ। ਪਹਿਲਾ ਪਹਿਲੂ ਤਾਂ ਇਹ ਕਿ ਤੁਸੀਂ ਕਹਿੰਦੇ ਪੇਸ਼ੈਂਸ ਨਹੀਂ ਹੈ। ਪੇਸ਼ੈਂਸ ਦੀ ਲੋੜ ਹੀ ਨਹੀਂ ਹੈ। ਅੱਜ ਕੱਲ੍ਹ ਨਵੀਆਂ ਮੈਡੀਸਿਨਸ, ਨਵੀਆਂ ਟੈਕਨੀਕਸ ਇੰਨੀਆਂ ਅੱਛੀਆਂ ਹੈ ਕਿ ਉਹ ਜਿਹੜਾ ਲੱਗਦਾ ਸੀ ਨਾ ਵੀ ਹੋਮਿਓਪੈਥੀ ਬਹੁਤ ਸਲੋ ਹੈ ਤੇ ਬਹੁਤ ਟਾਈਮ ਲੱਗਣਾ, ऐसा कुछ भी नहीं है। नंबर एक। नंबर दो, बच्चों की तो पसंदीदा मेडिसिन है क्योंकि मिठियां गोलियां है, शौक नाल खांदे हैं। कई बच्चे तो दूसरियां पैथियां लेंदे ही नहीं, इस करके भी ये स्वाद हुंदी है, ईजी टू टेक हुंदी है। जी जी सानू भी लगता है कि एडमिनिस्ट्रेट करना इहनूं बहुत ईजी है। पेरेंट्स नूं भी लगता है कि तुहाडे वाली दवाई तो बच्चा आप मंगदा है ਵੀ ਮੈਨੂੰ ਖਾਣ ਨੂੰ ਦਿਓ। ਸੋ ਇਸ ਕਰਕੇ ਐਸੀ ਕੋਈ ਗੱਲ ਨਹੀਂ ਹੈ ਕਿ ਬੱਚਿਆਂ 'ਚ ਰਿਜ਼ਲਟਸ ਨਹੀਂ ਹੈ ਜਾਂ ਸਲੋ ਹੈ। ਇਹ ਕੋਰੀ ਮਿਥ ਹੈ ਜੀ। ਬੱਚਿਆਂ 'ਚ ਵੀ ਇਕੁਅਲੀ ਇਫੈਕਟਿਵ ਹੈ ਜਿੰਨੀ ਬਜ਼ੁਰਗਾਂ 'ਚ ਹੈ, ਜਿੰਨੀ ਵੱਡਿਆਂ 'ਚ ਹੈ। ਜੀ ਈਵਨ ਮੇਲ ਫੀਮੇਲਸ ਹਰ ਬੰਦੇ 'ਚ, ਹਰ ਬੰਦੇ ਲਈ ਇਕੁਅਲ ਹੈ। ਮਤਲਬ ਹੋਮਿਓਪੈਥੀ ਨਾਲ ਇਹ ਕੰਪਲੀਟ ਸਾਇੰਸ, ਇਟਸ ਅ ਕੰਪਲੀਟ ਸਾਇੰਸ ਫॉर एवरीबॉडी, ਫॉर एवरीबॉडी। ਤੇ ਗੱਲ ਹੁਣ ਕਰੀਏ ਜੇ ਪ੍ਰੈਗਨੈਂਸੀ ਦੀ, ਤੇ ਪ੍ਰੈਗਨੈਂਸੀ ਪੀਰੀਅਡ ਦੇ ਵਿੱਚ ਜੇ ਕੋਈ ਸਮੱਸਿਆ ਆਉਂਦੀ ਹੈ, ਚਾਹੇ ਰੂਟੀਨ ਪ੍ਰੋਬਲਮਸ ਲੈ ਲਈਏ, ਨੌਜ਼ੀਆ ਲੈ ਲਈਏ, ਕੁਝ ਵੀ ਰੂਟੀਨ ਦੀ ਪ੍ਰੋਬਲਮ ਲੈ ਲਈਏ, ਕਿ ਉਹਦੇ ਵਿੱਚ ਹੋਮਿਓਪੈਥੀ ਮੈਡੀਸਿਨਸ ਲਿੱਤੀਆਂ ਜਾਂਦੀਆਂ ਨੇ? ਦੇਖੋ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਬੇਸਿਕਲੀ ਹਾਰਮੋਨਲ ਚੇਂਜਸ ਨਾਲ ਰਿਲੇਟਡ ਹੁੰਦੀਆਂ ਜੀ। ਹੁਣ ਪ੍ਰੈਗਨੈਂਸੀ ਦੇ ਵਿੱਚ ਤਾਂ ਹਾਰਮੋਨਲ ਚੇਂਜਸ ਬਹੁਤ ਸਾਰੀਆਂ ਹੁੰਦੀਆਂ, ਬਿਲਕੁਲ ਬਿਲਕੁਲ, ਹੈ ਨਾ। ਉਹਨਾਂ 'ਚ ਕੋਈ ਹਾਰਮੋਨ ਘਟ ਗਿਆ, ਕੋਈ ਵੱਧ ਗਿਆ, ਉਹਦੇ 'ਚ ਤੁਹਾਨੂੰ ਉਹ ਦੂਜੀ ਪੈਥੀ ਦਾ ਸਹਾਰਾ ਲੈਣਾ ਹੀ ਪੈਂਦਾ ਜੀ। ਪ੍ਰੈਗਨੈਂਸੀ ਵਿੱਚ ਤੁਸੀਂ ਜਿਹੜੀ ਗੱਲ ਕੀਤੀ ਕਿ ਨੌਜ਼ੀਆ ਹੋ ਰਿਹਾ ਜਾਂ ਜਿਹੜੇ ਕਾਮਨ ਸਿੰਪਟਮਸ ਪੈਦਾ ਹੋ ਜਾਂਦੇ, ਕੋਈ ਤਕਲੀਫ ਹੁੰਦੀ ਹੈ, ਉਹਦੇ ਵਾਸਤੇ ਮੈਡੀਸਿਨਸ ਬਹੁਤ ਅੱਛੀਆਂ ਹੈਗੀਆਂ ਹੋਮਿਓਪੈਥੀ 'ਚ। ਲੇਕਿਨ ਅਸੀਂ ਕਹੀਏ ਕਿ ਅਸੀਂ ਗਾਇਨੀਕੋਲੋਜਿਸਟ ਦਾ ਸਾਰਾ ਪਾਰਟ ਸੰਭਾਲ ਸਕਦੇ ਹਾਂ, ਇਹ ਨਹੀਂ। ਉਹਨਾਂ ਦੀ ਇੱਕ ਵੱਖਰੀ ਫੀਲਡ ਹੈ, ਉਹ ਇੱਕ 9 ਮਹੀਨੇ ਦੀ ਪ੍ਰੋਸੈਸ ਹੈ। ਉਸ ਪ੍ਰੋਸੈਸ ਗਾਇਨੀਕੋਲੋਜਿਸਟ ਹੀ ਸੂਟ ਕਰਦਾ ਹੈ। ਲੇਕਿਨ ਉਸ ਤੋਂ ਇਲਾਵਾ ਜੇ ਕੋਈ ਸਿੰਪਟੋਮੈਟਿਕ ਪ੍ਰੋਬਲਮ ਹੋ ਰਹੀ ਹੈ, ਕੋਈ ਸਿਰ ਦਰਦ ਹੋ ਰਿਹਾ ਹੈ, ਕੋਈ ਪੇਟ ਦਰਦ ਹੋ ਰਿਹਾ ਹੈ, ਕੋਈ ਨੌਜ਼ੀਆ ਹੋ ਰਿਹਾ ਹੈ, ਕਈਆਂ ਨੂੰ ਬਹੁਤ ਨੌਜ਼ੀਆ ਹੁੰਦਾ ਪਾਰਟਿਕੂਲਰਲੀ ਪਹਿਲੇ 3 ਮਹੀਨਿਆਂ 'ਚ। ਬਿਲਕੁਲ ਬਿਲਕੁਲ ਪਹਿਲੇ ਟ੍ਰਾਈਮੈਸਟਰ ਦੇ ਵਿੱਚ, ਫਸਟ ਟ੍ਰਾਈਮੈਸਟਰ ਦੇ ਵਿੱਚ, ਉਹਦੇ ਵਿੱਚ ਸਾਡੀਆਂ ਮੈਡੀਸਿਨਸ ਬੜੀਆਂ ਕਾਰਗਰ ਹੈ ਜੀ। ਸੋ ਇਹ ਨਾ ਐਕਚੁਅਲੀ ਮੈਡੀਕਲ ਫੀਲਡ ਨਾ ਇੱਕ ਤਰ੍ਹਾਂ ਦਾ ਸੁਮੇਲ ਜਿਹਾ ਬਣ ਗਿਆ ਵੀ ਕੁਝ ਚੀਜ਼ਾਂ ਕਿਸੇ ਦੀਆਂ ਜ਼ਿਆਦਾ ਅੱਛੀਆਂ, ਕੁਝ ਕਿਸੇ ਦੀਆਂ ਜ਼ਿਆਦਾ ਅੱਛੀਆਂ। ਸਭ ਦਾ ਆਪਣਾ ਇੱਕ ਵੱਡਾ ਸਥਾਨ ਹੈ। ਬਿਲਕੁਲ ਠੀਕ ਹੈ। ਹਰ ਪੈਥੀ ਦਾ ਇੱਕ ਵੱਡਾ ਸਥਾਨ ਹੈ ਜਿਹਨੂੰ ਕੋਈ ਦੂਜੀ ਪੈਥੀ ਕਵਰ ਨਹੀਂ ਕਰ ਸਕਦੀ। ਲੇਕਿਨ ਇਹ ਹੈ ਕਿ ਆਲਟਰਨੇਟਿਵ ਮੈਥਡਸ ਤਾਂ ਹੈਗੇ ਹੀ ਹੈ ਨਾ ਸਾਰੇ ਇੱਕ ਦੂਜੇ ਦੇ। ਜੀ ਜੀ ਸੋ ਅੱਜ ਕੱਲ੍ਹ ਬੰਦੇ ਜਾਂ ਬੱਚੇ, ਅੱਜ ਕੱਲ੍ਹ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਇੰਨੀ ਕੁ ਸ਼ਾਰਪ ਅਤੇ ਚੁਸਤ ਹੈ ਕਿ ਉਹ ਜਦੋਂ ਸਾਡੇ ਕੋਲ ਆਉਂਦੇ ਆ ਨਾ ਜੀ ਕੋਈ ਦਵਾਈ ਲੈਣ ਵਾਸਤੇ, ਅੱਧੀ ਕੁ ਬਿਮਾਰੀ ਤਾਂ ਪੜ੍ਹ ਕੇ ਆਉਂਦੇ, ਪਹਿਲੇ ਸਾਡਾ ਇਮਤਿਹਾਨ ਲੈਂਦੇ ਆ ਨੈੱਟ 'ਤੇ ਪੜ੍ਹ ਕੇ ਜੀ 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 ਵੀ ਇਹ ਡਾਕਟਰ ਸਾਹਿਬ ਨੂੰ ਕਿੰਨਾ ਕੁ ਪਤਾ ਹੈ ਨਾ। ਲੇਕਿਨ ਇਹ ਗੱਲ ਮੈਂ ਕਲੀਅਰ ਕਰ ਦਿਆਂ, ਜਿੰਨੇ ਮਰਜ਼ੀ ਤੁਸੀਂ ਸਿਆਣੇ ਹੋ ਜਾਓ, ਲੇਕਿਨ ਜੋ ਚੀਜ਼ ਅਸੀਂ 5-6 ਸਾਲਾਂ ਦੇ ਕੋਰਸ 'ਚ ਸਿੱਖੀ ਹੈ, ਜੋ ਸਾਡਾ 25-30 ਸਾਲ ਦਾ ਤਜਰਬਾ ਹੈ,
ਉਹ ਤੁਸੀਂ 20-25 ਮਿੰਟ ਨੈਟ ਤੇ ਲਗਾ ਕੇ ਉਹ ਚੀਜ਼ਾਂ ਤੁਹਾਨੂੰ ਨਹੀਂ ਮਿਲ ਪਤਾ ਲੱਗ ਸਕਦੀਆਂ। ਬਿਲਕੁਲ ਠੀਕ ਗੱਲ ਹੈ, ਨਹੀਂ ਮਿਲ ਸਕਦੀ। ਤਜਰਬੇ ਨਾਲ ਹੀ ਇਨਸਾਨ ਜਿਹੜਾ ਉਹ ਅੱਗੇ ਵਧਦਾ, ਤਜਰਬੇ ਨਾਲ ਬੜੀਆਂ ਚੀਜ਼ਾਂ ਹੁੰਦੀਆਂ। ਜੀ ਜੀ। ਮੈਡੀਕਲ ਫੀਲਡ ਦੇ ਵਿੱਚ ਵੀ ਸਕਿੱਲ ਬੜਾ ਕਾਊਂਟ ਕਰਦੀ ਹੈ। ਤੁਸੀਂ ਦੇਖਿਆ ਹੋਣਾ ਕਿ ਮਤਲਬ 100 ਪੇਸ਼ੈਂਟ ਇੱਕ ਡਾਕਟਰ ਕੋਲ ਆਉਂਦੇ ਆ, 100 ਦੇ 100 ਠੀਕ ਨਹੀਂ ਹੋ ਸਕਦੇ। ਜੇ 100 ਦੇ 100 ਠੀਕ ਹੋ ਜਾਣ ਤਾਂ ਰੱਬ ਹੋ ਗਿਆ ਬੰਦਾ, ਹੈ ਨਾ। ਬਿਲਕੁਲ। ਲੇਕਿਨ ਉਹੀ ਪੇਸ਼ੈਂਟ ਜੇ ਇੱਕ ਕੋਲ ਨਹੀਂ ਠੀਕ ਹੋ ਰਿਹਾ ਸੀ, ਦੂਜੇ ਕੋਲ ਜਾ ਕੇ ਠੀਕ ਹੋ ਰਿਹਾ, ਕੁਆਲੀਫਿਕੇਸ਼ਨ ਦੋਨਾਂ ਦੀ ਸੇਮ ਹੈ ਜੀ, ਲੇਕਿਨ ਇਹ ਡਿਪੈਂਡ ਕਰਦਾ ਨਾ ਤੁਹਾਡਾ ਐਕਸਪੀਰੀਅੰਸ ਕਿੰਨਾ ਹੈ, ਤੁਹਾਡੀ ਸਕਿੱਲ ਕਿੰਨੀ ਸਟਰੋਂਗ ਹੈ ਨਾ। ਸੋ ਸਿਮਿਲਰਲੀ ਵੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਰੀਆਂ ਪੈਥੀਆਂ ਦੀ ਆਪਣੀ ਆਪਣੀ ਜਗ੍ਹਾ ਹੈ, ਲੇਕਿਨ ਪ੍ਰੈਗਨੈਂਸੀ ਨਾਲ ਰਿਲੇਟਡ ਤੁਸੀਂ ਜਿਹੜੀ ਗੱਲ ਕੀਤੀ ਹੈ ਉਹਦੇ 'ਚ ਜੇ ਕੋਈ ਸਿੰਪਟੋਮੈਟਿਕ ਪ੍ਰੋਬਲਮਸ ਹੋ ਰਹੀਆਂ ਤਾਂ ਉਹਦੇ 'ਚ ਹੋਮਿਓਪੈਥੀ ਬਹੁਤ ਅੱਛੇ ਰਿਜ਼ਲਟਸ ਦਿੰਦੀ ਹੈ, ਬਹੁਤ ਅੱਛੇ ਰਿਜ਼ਲਟ ਜਿਹੜੇ ਹੈ ਉਹ ਦੇ ਸਕਦੀ ਹੈ। ਬਿਲਕੁਲ ਠੀਕ ਗੱਲ ਹੈ। ਇਸੇ ਤਰ੍ਹਾਂ ਪ੍ਰੈਗਨੈਂਸੀ ਤੇ ਜਿੱਦਾਂ ਮੈਂ ਗੱਲ ਕਰ ਰਹੀ ਹਾਂ ਤੇ ਇੱਕ ਮੈਂ ਹੋਰ ਕਾਮਨ ਪ੍ਰੋਬਲਮ ਦੀ ਗੱਲ ਕਰਾਂਗੀ ਜਿਹੜੀ ਔਰਤਾਂ ਦੇ ਨਾਲ ਸੰਬੰਧਿਤ ਹੈ, ਉਹ ਹੈ ਰਸੌਲੀਆਂ। ਜੀ, ਰਸੌਲੀਆਂ ਦੀ ਜਿਹੜੀ ਸਮੱਸਿਆ ਹੈ ਕੀ ਇਹਦਾ ਸਮਾਧਾਨ ਹੋਮਿਓਪੈਥੀ ਨਾਲ ਹੋ ਸਕਦਾ ਹੈ? ਦੇਖੋ ਰਸੌਲੀਆਂ ਆਉਂਦੀਆਂ ਸਰਜੀਕਲ ਬਿਮਾਰੀਆਂ ਜੀ। ਸਰਜੀਕਲ ਬਿਮਾਰੀ ਦਾ ਮਤਲਬ ਹੁੰਦਾ ਹੈ ਕਿ ਜਦੋਂ ਦਵਾਈਆਂ ਦਾ ਕੰਮ ਖਤਮ, ਸਿਰਫ ਸਰਜਰੀ ਹੀ ਹੋ ਸਕਦੀ ਹੈ। ਲੇਕਿਨ ਹੋਮਿਓਪੈਥੀ ਨੇ ਕਮਾਲਾਂ ਕੀਤੀਆਂ। ਇੱਕ ਅਪ ਟੂ ਸਮ ਐਕਸਟੈਂਟ, ਅਸੀਂ ਇਹ ਨਹੀਂ ਕਹਿੰਦੇ ਕਿ ਹਰ ਰਸੌਲੀ ਅਸੀਂ ਠੀਕ ਕਰ ਲੈਂਦੇ ਹਾਂ, ਲੇਕਿਨ ਕੁਝ ਹੱਦ ਤੱਕ ਰਸੌਲੀਆਂ ਪਰਟੀਕੂਲਰਲੀ ਅੱਜ ਕੱਲ੍ਹ ਜਿਹੜੀ ਯੰਗ ਲੜਕੀਆਂ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਨਾ, PCOD ਤੁਸੀਂ ਨਾਮ ਸੁਣਿਆ ਹੋਣਾ, ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਹੋ ਜਾਂਦੀ ਹੈ ਜਾਂ ਡਿਸਆਰਡਰ ਵੀ ਕਹਿ ਦਿੰਦੇ, ਪੋਲੀਸਿਸਟਿਕ ਓਵੇਰੀਅਨ ਡਿਸਆਰਡਰ, ਜਾਂ ਓਵਰੀਜ਼ ਦੇ ਵਿੱਚ ਛੋਟੀਆਂ ਮੋਟੀਆਂ ਰਸੌਲੀਆਂ ਸਿਸਟ ਹੋ ਜਾਂਦੀਆਂ, ਠੀਕ ਹੈ, ਲਿਵਰ ਦੇ ਵਿੱਚ ਸਿਸਟ ਹੋ ਜਾਂਦੀਆਂ, ਬੱਚੇਦਾਨੀ 'ਚ ਛੋਟੀਆਂ ਮੋਟੀਆਂ ਰਸੌਲੀਆਂ, ਫਾਈਬਰਾਇਡਸ ਹੋ ਜਾਂਦੇ ਆ। ਇਹ ਸਾਰੇ ਹੋਮਿਓਪੈਥੀ ਨਾਲ ਠੀਕ ਹੋ ਜਾਂਦੇ, ਸਰਜਰੀ ਦੀ ਬਹੁਤ ਵਾਰੀ ਲੋੜ ਨਹੀਂ ਪੈਂਦੀ। ਮਤਲਬ ਮੈਡੀਸਿਨ ਦਾ ਰੋਲ ਹੈਗਾ ਇਹਦੇ 'ਚ। ਜੇ ਆਪਾਂ ਕਹੀਏ ਕਿ ਮੈਡੀਸਿਨ ਦਾ ਕੋਈ ਰੋਲ ਨਹੀਂ ਹੈ, ਸਰਜੀਕਲ ਬਿਮਾਰੀਆਂ ਦੇ ਆਪਾਂ ਜੇ ਨਾਮ ਗਿਣਨੇ ਸ਼ੁਰੂ ਕਰੀਏ, ਆਪਾਂ ਸਿਰ ਤੋਂ ਸ਼ੁਰੂ ਕਰ ਲਈਏ, ਸਰਜੀਕਲ ਪ੍ਰੋਬਲਮਸ ਤਾਂ ਗਲੇ 'ਚ ਟੌਨਸਿਲਸ ਹੁੰਦੇ ਆ ਜੀ, ਹੈ ਨਾ। ਬਿਲਕੁਲ। ਉਸ ਤੋਂ ਬਾਅਦ ਕਿਡਨੀ ਸਟੋਨ ਆ ਜਾਂਦੇ, ਕਿਡਨੀ ਸਟੋਨ ਆ ਜਾਂਦਾ, ਬਿਲਕੁਲ ਠੀਕ ਗੱਲ ਹੈ। ਉਸ ਤੋਂ ਬਾਅਦ ਇੰਟੈਸਟਾਈਨਲ ਅਲਸਰਸ ਆ ਜਾਂਦੇ ਆ, ਇਹ ਸਰਜੀਕਲ ਪ੍ਰੋਬਲਮਸ ਨੇ। ਪਾਈਲਸ ਆ ਜਾਂਦੀ ਹੈ, ਬਵਾਸੀਰ ਜਿਹਨੂੰ ਆਪਾਂ ਕਹਿ ਦਿੰਦੇ ਆ ਜੀ, ਹੈ ਨਾ। ਪ੍ਰੋਸਟੇਟ ਪੁਰਸ਼ਾਂ ਦੇ ਵਿੱਚ ਵੱਧ ਜਾਂਦੀ ਹੈ, ਮੇਲਸ ਦੇ ਵਿੱਚ ਪ੍ਰੋਸਟੇਟ ਗਲੈਂਡ ਹੁੰਦੀ ਹੈ, ਉਹਦੀ ਵੀ ਸਰਜਰੀ ਹੁੰਦੀ ਹੈ ਜੀ। ਲੇਕਿਨ ਇਹ ਵਾਲੀਆਂ ਸਾਰੀਆਂ ਸਰਜੀਕਲ ਪ੍ਰੋਬਲਮ, ਐਡੀਨੋਇਡਸ ਬੱਚਿਆਂ ਦੇ, ਛੋਟੇ ਬੱਚਿਆਂ ਦੇ ਹੋ ਜਾਂਦੇ, ਨੱਕ ਦੇ ਵਿੱਚ ਮਾਸ, ਪਿੱਛੇ ਮਾਸ, ਹੈ ਨਾ। ਇਹ ਸਾਰੀਆਂ ਚੀਜ਼ਾਂ ਇੱਕ ਹੱਦ ਤੱਕ ਦਵਾਈਆਂ ਨਾਲ ਵੀ ਠੀਕ ਹੋ ਸਕਦੀਆਂ। ਸੋ ਬਿਫੋਰ ਗੋਇੰਗ ਫॉर ਸਰਜਰੀ ਇੱਕ ਵਾਰੀ ਕਿਸੇ ਹੋਮਿਓਪੈਥੀ ਡਾਕਟਰ ਨਾਲ ਜ਼ਰੂਰ ਮਿਲਣਾ ਚਾਹੀਦਾ। ਹੋ ਸਕਦਾ ਹੈ ਤੁਸੀਂ ਸਰਜਰੀ ਤੋਂ ਬਚ ਸਕੋ ਜੀ। ਮਤਲਬ ਇਹ ਮੁਮਕਿਨ ਹੈ ਕਿ ਜੇ ਅਸੀਂ ਹੋਮਿਓਪੈਥੀ ਦਾ ਸਹਾਰਾ, ਬਹੁਤ ਸਾਰੇ ਪੇਸ਼ੈਂਟਸ ਜਿਨ੍ਹਾਂ ਨੂੰ ਸਰਜਰੀ ਐਡਵਾਈਸ ਕਰਤੀ ਗਈ ਸੀ ਉਹਨਾਂ ਨੂੰ ਆਪਰੇਸ਼ਨਸ ਦੀ ਲੋੜ ਨਹੀਂ ਪਈ। ਬੜੀਆਂ ਐਗਜ਼ਾਮਪਲਸ ਹੈਗੀਆਂ ਜੀ ਜਿਹੜੇ ਹੋਮਿਓਪੈਥਿਕ ਦਵਾਈਆਂ ਨਾਲ ਠੀਕ ਹੋਏ ਆ ਜੀ। ਤੇ ਇੱਕ ਇਹ ਵੀ ਸਵਾਲ ਇੱਥੇ ਕਰਨਾ ਬਣਦਾ ਹੈ ਕਿ ਜੇ ਡਿਊਰੇਸ਼ਨ ਦੀ ਗੱਲ ਕਰੀਏ ਕਿ ਕਿੰਨੀ ਦੇਰ ਤੱਕ, ਕਿ ਇੱਕ ਲੰਬੇ ਸਮੇਂ ਤੱਕ ਸਾਨੂੰ ਹੋਮਿਓਪੈਥੀ ਮੈਡੀਸਿਨ ਜਿਹੜੀ ਹੈ ਉਹ ਖਾਣੀ ਪਏਗੀ? ਇਹਦੇ ਵਿੱਚ 3 ਐਸਪੈਕਟ ਹੈਗੇ ਆ। ਨੰਬਰ 1 ਬਿਮਾਰੀ ਕਿੰਨੀ ਪੁਰਾਣੀ ਹੈ, ਨੰਬਰ 2 ਬਿਮਾਰੀ ਕਿੰਨੀ ਵਧੀ ਹੋਈ ਹੈ ਜਦੋਂ ਤੁਸੀਂ ਸਾਡੇ ਕੋਲ ਆਏ ਹੋ ਜੀ ਜੀ, ਨੰਬਰ 3 ਤੁਹਾਡੀ ਦੋਨੋਂ ਚੀਜ਼ਾਂ ਦੇਖ ਕੇ ਅਸੀਂ ਸਕੋਪ ਦੇਖਾਂਗੇ ਕਿ ਕਿੰਨੀ ਦੇਰ 'ਚ ਇਹ ਟ੍ਰੀਟਮੈਂਟ ਹੋ ਸਕਦਾ ਹੈ, ਮਹੀਨੇ 'ਚ ਹੋ ਸਕਦਾ ਹੈ ਕਿ ਸਾਲ 'ਚ ਹੋ ਸਕਦਾ ਹੈ ਜੀ। ਲੇਕਿਨ ਵੰਸ ਇੰਪਰੂਵਮੈਂਟ ਸੈਟਸ ਇਨ, ਇੱਕ ਵਾਰ ਇੰਪਰੂਵਮੈਂਟ ਸ਼ੁਰੂ ਹੋ ਜਾਏ ਫਿਰ ਨਾ ਪੇਸ਼ੈਂਟ ਛੱਡਦਾ, ਕਿਉਂਕਿ ਪੇਸ਼ੈਂਟ ਨੂੰ ਵੀ ਪਤਾ ਹੁੰਦਾ ਸਰਜੀਕਲ ਪ੍ਰੋਬਲਮ ਹੈ ਇਹ ਜੀ, ਜੇ ਦਵਾਈ ਨਾਲ ਠੀਕ ਹੋ ਰਿਹਾ ਹੋਵੇ ਤਾਂ ਕੌਣ ਚਾਹੇਗਾ ਮੇਰੀ ਸਰਜਰੀ ਹੋਏ। ਬਿਲਕੁਲ ਠੀਕ ਗੱਲ ਹੈ। ਫਿਰ ਪੇਸ਼ੈਂਟ ਵੀ ਨਹੀਂ ਛੱਡਦਾ, ਫਿਰ ਪੇਸ਼ੈਂਸ ਵੀ ਨਹੀਂ ਪੁੱਛੀ ਜਾਂਦੀ ਕਿ ਕਿੰਨੀ ਦੇਰ ਲੱਗੇਗੀ। ਫਿਰ ਇਹ ਹੁੰਦਾ ਚੁੱਪ ਕਰਕੇ ਖਾਈ ਜਾਓ, ਹੌਲੀ 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 ਇਹ ਕਵਰ ਹੋ ਰਹੀ ਹੈ ਜੀ ਜੀ। ਤੇ ਜਿਸ ਤਰ੍ਹਾਂ ਅਸੀਂ ਕੋਈ ਹੋਰ ਮੈਡੀਸਿਨ ਜਦੋਂ ਲੈਂਦੇ ਹਾਂ, ਐਲੋਪੈਥੀ ਦੀ ਮੈਂ ਗੱਲ ਕਰਾਂ, ਤੇ ਇੱਕ ਕਾਉਂਸਲਿੰਗ ਪਾਰਟ ਵੀ ਹੁੰਦਾ ਹੈ ਕਿਤੇ ਨਾ ਕਿਤੇ, ਤੇ ਹੋਮਿਓਪੈਥੀ ਮੈਡੀਸਿਨ ਦੇ ਵਿੱਚ ਵੀ ਇਦਾਂ ਹੈ ਕਿ ਮੈਡੀਸਿਨ ਦੇ ਨਾਲ ਕਾਉਂਸਲਿੰਗ ਪਾਰਟ ਵੀ ਹੈਗਾ ਹੈ। ਕਾਉਂਸਲਿੰਗ ਪਾਰਟ ਤਾਂ ਬਹੁਤ ਜ਼ਰੂਰੀ ਹੈ ਜੀ ਜੀ, ਉਹ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ। ਦੇਖੋ ਜਿੰਨੀ ਦੇਰ 'ਚ ਪੇਸ਼ੈਂਟ 'ਚ ਪੋਜ਼ਿਟਿਵਿਟੀ ਨਹੀਂ ਆਏਗੀ ਨਾ, ਜਿਹੜਾ ਕੰਮ ਅਸੀਂ ਡਿਪਰੈਸ਼ਨ ਵਾਲੇ ਪੇਸ਼ੈਂਟ ਦੇ ਵਿੱਚ ਬਿਮਾਰੀ ਨੂੰ ਠੀਕ ਕਰਨ 'ਚ ਟਾਈਮ ਲਾਣਾ ਹੈ, ਜੇ ਉਸੇ ਪੇਸ਼ੈਂਟ ਨੂੰ ਅਸੀਂ ਪੋਜ਼ਿਟਿਵਿਟੀ ਲੈ ਆਈਏ, ਉਹਨੂੰ ਲੱਗੇ ਕਿ ਮੈਂ ਠੀਕ ਹੋ ਰਿਹਾ, ਇਹ ਬਣੀ ਬਣਾਈ ਗੱਲ ਹੈ, ਫੈਕਚੁਅਲ ਗੱਲ ਹੈ ਕਿ ਇਫ ਯੂ ਫੀਲ ਇਨਰ ਸੈਟਿਸਫੈਕਸ਼ਨ, ਕੌਨਫੀਡੈਂਸ ਆ ਜਾਏ ਤੁਹਾਨੂੰ, ਤਾਂ ਪਤਾ ਨਹੀਂ ਬੋਡੀ ਦੇ ਵਿੱਚ ਕਿਹੜੇ ਹਾਰਮੋਨ ਕਿਵੇਂ ਚੇਂਜ ਹੁੰਦੇ ਆ ਕਿ ਬੰਦੇ ਬੜੀ ਜਲਦੀ ਰਿਕਵਰ ਹੋਣਾ ਸ਼ੁਰੂ ਹੋ ਜਾਂਦੇ ਆ ਜੀ ਜੀ। ਮਤਲਬ ਐਸੇ ਕਾਉਂਸਲਿੰਗ ਤਾਂ ਮਸਟ ਪਾਰਟ ਹੈ ਜੀ।
ਕਾਉਂਸਲਿੰਗ ਦੀ ਤਾਂ ਅੱਜਕੱਲ ਹਰ ਫੀਲਡ ਦੇ ਵਿੱਚ ਲੋੜ ਹੈ, ਚਾਹੇ ਬੱਚਿਆਂ ਨੂੰ ਸਟ੍ਰੈਸ ਹੈ, ਚਾਹੇ ਬੱਚਿਆਂ ਦੀ ਸਟੱਡੀ ਹੈ, ਚਾਹੇ ਪੇਰੈਂਟਸ ਦੀ ਸਾਈਕੋਲੋਜੀ ਹੈ, ਟੀਚਰਸ ਦੀ ਸਾਈਕੋਲੋਜੀ ਹੈ। ਅਸੀਂ ਕਈ ਵਾਰੀ ਸਾਡੀ ਮੋਰਲ ਰਿਸਪੌਂਸਿਬਿਲਿਟੀ ਸਿਰਫ ਦਵਾਈਆਂ ਦੇਣ ਦੀ ਨਹੀਂ ਬਣਦੀ, ਸਾਨੂੰ ਹੋਰ ਵੀ ਬੜੀਆਂ ਸਾਰੀਆਂ ਪ੍ਰੈਸ਼ਰ ਲੈਣੇ ਪੈਂਦੇ ਹੈ ਜਸਟ ਟੂ ਰਿਲੀਜ਼ ਪੀਪਲਸ ਪ੍ਰੈਸ਼ਰ। ਅਸੀਂ ਡੈਮੋਨਸਟ੍ਰੇਸ਼ਨਸ ਦੇ ਕੇ ਆਉਂਦੇ ਹਾਂ, ਕਾਲਜਿਸ ਦੇ ਵਿੱਚ ਵੀ ਲੈਕਚਰਸ ਦਿੰਦੇ ਹਾਂ ਅਸੀਂ ਜਨਰਲ ਹੈਲਥ 'ਤੇ, ਸਕੂਲਸ ਦੇ ਵਿੱਚ ਵੀ ਦਿੰਦੇ ਹਾਂ ਜਨਰਲ ਹੈਲਥ 'ਤੇ, ਲੇਕਿਨ ਐਮਫੈਸਿਸ ਸਾਡਾ ਇਸ ਸਾਈਕੋਲੋਜੀ 'ਤੇ ਹੁੰਦਾ ਹੀ ਹੁੰਦਾ। ਸੋ ਸਾਈਕੋਲੋਜੀ ਇੰਪਰੂਵ ਕਰਨਾ ਜਾਂ ਉਹਨੂੰ ਕਾਉਂਸਲਿੰਗ ਕਰਕੇ ਉਹਨੂੰ ਇੰਪਰੂਵ ਕਰਨਾ, ਪੋਜ਼ਿਟਿਵਿਟੀ ਲਿਆਉਣੀ, ਉਹ ਦਵਾਈ ਦੇ ਅਸਰ ਨੂੰ ਬਹੁਤ ਜਲਦੀ ਇਫੈਕਟ ਕਰਦੀ ਹੈ। ਇਹ ਬਣੀ ਬਣਾਈ ਗੱਲ ਹੈ, ਇਫੈਕਚੁਅਲ ਗੱਲ ਹੈ, ਲੇਕਿਨ ਇਹਦੇ ਪਿੱਛੇ ਜੇ ਆਪਾਂ ਸਾਇੰਟੀਫਿਕ ਲੌਜਿਕ ਲੱਭੀਏ ਤਾਂ ਲੌਜਿਕ ਵੀ ਲੱਭ ਜਾਂਦੇ ਕਦੇ ਕਦੇ, ਪਰ ਕਈ ਵਾਰੀ ਨਹੀਂ ਵੀ ਲੱਭਦੇ। ਪੋਜ਼ਿਟਿਵਿਟੀ ਬਹੁਤ ਵੱਡੀ ਚੀਜ਼ ਹੈ, ਬਹੁਤ ਵੱਡੀ ਚੀਜ਼ ਹੈ, ਤੇ ਇਹੀ ਜਿਹੜੀ ਟ੍ਰੀਟਮੈਂਟ ਹੈ ਡਿਪਰੈਸ਼ਨ ਦੇ ਪੇਸ਼ੈਂਟ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਪੋਜ਼ਿਟਿਵਿਟੀ ਜ਼ਰੂਰੀ ਹੈ, ਉਹਦੇ ਨਾਲ ਤੁਹਾਡੀ ਜਿਹੜੀ ਵਿਲ ਪਾਵਰ ਹੈ ਉਹ ਸਟਰੋਂਗ ਹੋ ਜਾਂਦੀ ਹੈ ਜੀ, ਹੈ ਨਾ। ਬੰਦੇ 'ਚ ਬਿਲਕੁਲ ਵੀ ਦਮ ਨਹੀਂ ਹੁੰਦਾ ਉੱਠਣ ਦਾ, ਲੇਕਿਨ ਇੱਕਦਮ ਪੋਜ਼ਿਟਿਵਿਟੀ ਆ ਜਾਏ, ਵਿਲ ਪਾਵਰ ਆ ਜਾਏ ਤਾਂ ਬੰਦਾ ਦੌੜ ਵੀ ਸਕਦਾ, ਬਿਲਕੁਲ ਠੀਕ ਹੈ। ਇਹ ਚੀਜ਼ਾਂ ਹੁੰਦੀਆਂ। ਡਿਪਰੈਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਜੀ ਮੈਡਮ, ਡਿਪਰੈਸ਼ਨ ਇੱਕ ਬਹੁਤ ਵੱਡੀ ਟਰਮ ਹੈ। ਜਿਵੇਂ ਫੀਵਰ ਇੱਕ ਬਹੁਤ ਵੱਡੀ ਟਰਮ ਹੈ, ਫੀਵਰ ਦੇ ਅੱਗੇ ਟਾਈਪਸ ਹੈ, ਟਾਈਫਾਈਡ ਹੈ, ਮਲੇਰੀਆ ਹੈ, ਡੇਂਗੂ ਹੈ, ਵਾਇਰਲ ਹੈ ਨਾ। ਉਵੇਂ ਡਿਪਰੈਸ਼ਨ ਵੀ ਇੱਕ ਬਹੁਤ ਵੱਡੀ ਟਰਮ ਹੈ, ਉਹਦੇ ਅੱਗੇ ਕਲਾਸਿਸ ਨੇ, ਬਿਲਕੁਲ ਠੀਕ ਹੈ। ਹੁਣ ਡਿਪਰੈਸ਼ਨ ਦਾ ਹੋਣਾ ਸਾਈਕੋਲੋਜੀਕਲ ਸਟ੍ਰੈਸ ਨਾਲ ਵੀ ਬੜਾ ਸਿੱਧਾ ਰਿਲੇਟਡ ਹੈ। ਸਟ੍ਰੈਸ ਦੇਖੋ ਆਪਾਂ ਬੱਚਿਆਂ ਤੋਂ ਲੈ ਲਈਏ, ਬੱਚਿਆਂ 'ਚ ਪੜ੍ਹਾਈ ਦਾ ਸਟ੍ਰੈਸ, ਬਿਲਕੁਲ ਠੀਕ ਹੈ। ਇੰਨੇ ਸਿਲੇਬਸ, ਇੰਨੀ ਕੰਪੀਟੀਸ਼ਨ। ਤੁਹਾਨੂੰ, ਤੁਸੀਂ ਮੇਰੇ ਤੋਂ ਉਮਰ 'ਚ ਛੋਟੇ ਹੋਵੋਗੇ, ਲੇਕਿਨ ਸਾਡੇ ਜ਼ਮਾਨੇ 'ਚ ਜਦੋਂ 60, 65, 70, 75% ਨੰਬਰ ਆ ਜਾਂਦੇ ਸੀ, ਕਮਲੇ ਹੋ ਜਾਂਦੇ ਸੀ ਲੋਕ ਵੀ, ਕਮਾਲ ਹੋ ਗਈ, ਫਸਟ ਡਿਵੀਜ਼ਨ ਆ ਗਈ ਹੈ ਨਾ। ਹੁਣ 95% ਹੁੰਦੇ ਆ ਤਾਂ ਵੀ ਰੀਇਵੈਲੂਏਸ਼ਨ ਕਰਾਉਣ ਨੂੰ ਫਿਰਦੇ ਹੁੰਦੇ, ਸਾਡੇ 5 ਨੰਬਰ ਕਿੱਥੋਂ ਕੱਟੇ ਗਏ। ਬਿਲਕੁਲ ਠੀਕ ਗੱਲ ਹੈ, ਇੰਨਾ ਕੰਪੀਟੀਸ਼ਨ ਹੋ ਚੁੱਕਾ। ਪੁਆਇੰਟਸ ਦੇ ਵਿੱਚ ਸਟ੍ਰੈਸ ਰਹਿੰਦਾ ਬੱਚੇ ਨੂੰ, ਪੁਆਇੰਟਸ ਦੇ ਵਿੱਚ ਕੰਪੀਟੀਸ਼ਨ ਹੈ। ਜੇ ਬੱਚਿਆਂ 'ਚ ਇੰਨਾ ਕੰਪੀਟੀਸ਼ਨ ਹੋਏਗਾ ਤਾਂ ਨੈਚੁਰਲੀ ਪੇਰੈਂਟਸ ਦੇ ਵਿੱਚ ਵੀ ਹੋਏਗਾ, ਬਿਲਕੁਲ ਪੇਰੈਂਟਸ ਨੂੰ ਵੀ ਇਹ ਸਟ੍ਰੈਸ ਰਹੇਗਾ, ਹੈ ਨਾ ਜੀ। ਇਹ ਆਪਾਂ ਗੱਲ ਕੀਤੀ ਬੱਚਿਆਂ ਤੇ ਪੇਰੈਂਟਸ ਦੀ। ਜਿਹੜੀ ਜਨਰੇਸ਼ਨਸ ਕੰਮ ਕਰ ਰਹੀ ਹੈ, ਯੰਗ ਜਨਰੇਸ਼ਨਸ, ਉਹਨਾਂ ਤੇ ਵੀ ਬੜੇ ਸਟ੍ਰੈਸ ਹੈ। ਤਨਖਾਹ ਹੁੰਦੀ ਹੈ ਥੋੜੀ, ਟਾਰਗੇਟ ਹੁੰਦਾ ਜ਼ਿਆਦਾ ਜੀ। ਟਾਰਗੇਟ ਅਚੀਵ ਨਹੀਂ ਕਰੋਗੇ ਤਾਂ ਸੈਲਰੀ ਨਹੀਂ ਮਿਲੇਗੀ। ਕਿੰਨੇ ਬੈਂਕ ਵਰਕਰਸ, ਕਿੰਨੇ ਇੰਸ਼ੋਰੈਂਸ ਵਰਕਰਸ, ਕਿੰਨੇ ਦੂਜੇ ਜਿਹੜੇ ਵੀ ਹੋਰ ਕੰਮ ਕਰਦੇ ਆ, ਸਾਰੇ ਯੰਗ ਬॉयਜ਼, ਯੰਗ ਗਰਲਸ ਜੀ, ਬਹੁਤ ਸਾਰੇ ਇਸੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਆ ਕਿ ਟਾਰਗੇਟ ਬਹੁਤ ਜ਼ਿਆਦਾ ਹੈ, ਨੀਂਦ ਆਉਂਦੀ ਨਹੀਂ ਰਾਤ ਨੂੰ, ਬਿਲਕੁਲ ਠੀਕ ਗੱਲ ਹੈ, ਨੀਂਦ ਆਉਂਦੀ ਨਹੀਂ, ਟਾਰਗੇਟ ਬਹੁਤ ਜ਼ਿਆਦਾ ਹੈ। ਫਿਰ ਕੰਪੀਟੀਸ਼ਨ, ਵੀ ਉਹਨੇ ਇੰਨਾ ਕਰ ਲਿਆ, ਮੈਂ ਇੰਨਾ ਵੀ ਨਹੀਂ ਕਰ ਪਾਇਆ। ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਡਿਪਰੈਸ਼ਨ ਹੀ ਦਿੰਦੀਆਂ, ਸਟ੍ਰੈਸ ਹੀ ਦਿੰਦੀਆਂ, ਹੈ ਨਾ। ਇਹ ਹੋ ਗਿਆ ਇਹਨਾਂ ਦਾ ਸਟ੍ਰੈਸ। ਵੱਡਿਆਂ ਦਾ ਲੈ ਲਓ ਤੁਸੀਂ, ਹਰ ਫੀਲਡ 'ਚ ਕੰਪੀਟੀਸ਼ਨ ਹੈ। ਅੱਗੇ ਕੀ ਜ਼ਮਾਨਾ ਹੁੰਦਾ ਸੀ, ਥੋੜ੍ਹਾ ਜਿਹਾ ਐਕਸਟਰਨਰੀ ਬੰਦਾ ਹੁੰਦਾ ਸੀ ਨਾ, ਇੱਕ ਕੰਮ ਦੇ ਬਜਾਏ 2-3 ਕੰਮ ਵੀ ਕਰ ਲੈਂਦਾ ਸੀ। ਮੈਂ ਉਹ ਵੀ ਕਰ ਲੈਣਾ, ਮੈਂ ਉਹ ਵੀ ਕਰ ਲੈਣਾ, ਮੈਂ ਉਹ ਵੀ ਕਰ ਲਾਂ। ਹੁਣ ਤਿੰਨੋਂ ਫੀਲਡ ਦੇ ਵਿੱਚ ਇੰਨਾ ਕੰਪੀਟੀਸ਼ਨ ਹੈ, ਇੱਕ ਫੀਲਡ 'ਚ ਵੀ ਆਪਦੇ ਆਪ ਨੂੰ ਖਪਾਉਣਾ ਬੜੀ ਵੱਡੀ ਗੱਲ ਹੋ ਗਈ ਹੈ। ਇੱਕ ਫੀਲਡ ਦੇ ਵਿੱਚ ਵੀ ਇੰਨਾ ਕੰਪੀਟੀਸ਼ਨ ਹੈ ਕਿ ਤੁਸੀਂ ਜੇ ਐਕਸਟਰਾਆਰਡੀਨਰੀ ਹੈਗੇ ਹੋ ਤਾਂ ਤੁਸੀਂ ਚੱਲੋਗੇ, ਜੇ ਤੁਸੀਂ ਆਰਡੀਨਰੀ ਹੈਗੇ ਹੋ ਤਾਂ ਤੁਸੀਂ ਉਸ ਫੀਲਡ 'ਚ ਵੀ ਨਹੀਂ ਚੱਲਣਾ ਜਿਹੜੀ ਤੁਹਾਡੀ ਆਪਣੀ ਫੀਲਡ ਹੈ, ਜਿਹੜੀ ਤੁਹਾਡੀ ਆਪਣੀ ਫੀਲਡ ਹੈ। ਹੁਣ ਤਾਂ ਕਾਮਯਾਬੀ ਵਾਸਤੇ ਤਾਂ ਭੱਜਣ ਦੀ ਲੋੜ ਹੀ ਨਹੀਂ ਹੈ, ਹੁਣ ਤਾਂ ਕਾਬਲੀਅਤ ਵਾਸਤੇ ਭੱਜਣ ਦੀ ਲੋੜ ਹੈ ਜੀ। ਜੇ ਕਾਬਲੀਅਤ ਆ ਗਈ ਤੁਹਾਡੇ ਤਾਂ ਕਾਮਯਾਬੀ ਆਪਣੇ ਆਪ ਆ ਜਾਣੀ ਹੈ। ਪਹਿਲੇ ਲੋਕ ਕਾਮਯਾਬੀ ਵਾਸਤੇ ਮਿਹਨਤ ਕਰਦੇ ਸੀ, ਹੁਣ ਜ਼ਮਾਨਾ ਬਦਲ ਗਿਆ, ਹੁਣ ਕਾਬਲੀਅਤ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਉਹ ਜਿਹੜੀ ਕਾਬਲੀਅਤ ਵਾਸਤੇ ਮਿਹਨਤ ਹੈ ਉਹ ਵੀ ਤੁਹਾਨੂੰ ਸਟ੍ਰੈਸ ਦਿੰਦੀ ਹੈ। ਜੇ ਤਾਂ ਤੁਸੀਂ ਅਚੀਵ ਕਰ ਲਈ ਤਾਂ ਚਲੋ ਤੁਸੀਂ ਥੋੜ੍ਹੇ ਜਿਹੇ ਰਿਲੈਕਸ ਹੋ ਗਏ, ਨਹੀਂ ਅਚੀਵ ਕਰ ਪਾਏ ਤਾਂ ਉਹ ਕਿੰਨਾ ਸਟ੍ਰੈਸ ਦੇਗੀ। ਸੋ ਇਹ ਜਿਹੜੇ ਸਾਰੇ ਸਟ੍ਰੈਸਿਸ ਨੇ, ਇਹ ਹੋ ਗਿਆ ਵੱਡਿਆਂ ਦਾ ਸਟ੍ਰੈਸ ਕੰਪੀਟੀਸ਼ਨ ਦੇ ਵਿੱਚ, ਹੈ ਨਾ। ਅੱਛਾ, ਇਹ ਸਾਰੇ ਸਟ੍ਰੈਸਿਸ ਥਰੂ ਆਊਟ ਲਾਈਫ ਚੱਲਦੇ ਹੈ ਨਾ। ਤਾਂ ਕਿਤੇ ਨਾ ਕਿਤੇ ਜਾ ਕੇ ਬੰਦਾ ਬ੍ਰੇਕਡਾਊਨ ਵਰਗੀ ਸਿਚੁਏਸ਼ਨ 'ਚ ਆ ਜਾਂਦਾ ਵੀ ਯਾਰ ਮੈਂ ਕੁਛ ਨਹੀਂ ਕਰ ਪਾਇਆ, ਮੈਂ ਕਿਉਂ ਨਹੀਂ ਕਰ ਪਾਇਆ, ਹੈ ਨਾ। ਉੱਥੇ ਜਾ ਕੇ ਦੋਨੋਂ ਚੀਜ਼ਾਂ ਕੰਮ ਕਰਦੀਆਂ। ਇੱਕ ਹੋਮਿਓਪੈਥਿਕ ਦਵਾਈ ਕੰਮ ਕਰਦੀ ਹੈ ਜਿਹੜੀ ਉਹਨੂੰ ਪੋਜ਼ਿਟਿਵਿਟੀ ਲਿਆਉਣ 'ਚ ਹੈਲਪ ਕਰਦੀ ਹੈ। ਇੱਕ ਕਾਉਂਸਲਿੰਗ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਜੀ,
ਕਾਉਂਸਲਿੰਗ ਬਹੁਤ ਜ਼ਰੂਰੀ ਹੈ। ਹੁਣ ਪੇਰੈਂਟਸ ਦੀ ਕਾਉਂਸਲਿੰਗ ਇਸ ਕਰਕੇ ਵੀ ਜ਼ਰੂਰੀ ਹੈ ਕਿ ਪੇਰੈਂਟਿੰਗ ਆਂਦੀ ਨਹੀਂ ਹੈ, ਕਿੱਦਾਂ ਬੱਚੇ ਨੂੰ ਪਾਲਣਾ। ਇੱਕੋ ਹੀ ਗੱਲ ਤੇ ਬੱਚੇ ਨੂੰ ਡਾਂਟ ਦਿੰਦੇ ਆ, ਉਸੇ ਗੱਲ ਤੇ ਬੱਚੇ ਨੂੰ ਸ਼ਾਬਾਸ਼ ਦੇ ਦਿੰਦੇ ਆ, ਬੱਚਾ ਕਨਫਿਊਜ਼ ਹੋ ਜਾਂਦਾ, ਉਹਦੀ ਗਰੋਥ ਤੇ ਇਫੈਕਟ ਪੈਂਦਾ। ਈਵਨ ਛੋਟਾ ਮੂੰਹ ਵੱਡੀ ਗੱਲ ਹੈ, ਟੀਚਰਸ ਕਈ ਵਾਰੀ ਪ੍ਰੋਪਰ ਢੰਗ ਨਾਲ ਨਹੀਂ ਕਰ ਪਾਉਂਦੇ। ਜਿਵੇਂ ਕੋਈ ਲੈਫਟ ਹੈਂਡਡ ਬੱਚਾ ਹੈ, ਉਹਨੂੰ ਰਾਈਟ ਹੈਂਡ ਨਾਲ ਕੋਸ਼ਿਸ਼ ਕਰੀ ਜਾਣਗੇ, ਜ਼ਬਰਦਸਤੀ ਕਰੀ ਜਾਣਗੇ, ਓਬਜ਼ਰਵ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇਹ ਲੈਫਟ ਹੈਂਡਡ ਹੈ। ਉਹ ਕਿੱਦਾਂ ਕਰੂਗਾ, ਕਿੱਦਾਂ ਕਰੇਗਾ? ਜੀ ਜੀ, ਨੇਚਰ ਹੈ। ਸੋ ਬੱਚੇ ਦਾ ਪੜ੍ਹਾਈ ਦੇ ਵਿੱਚ ਅੱਗੇ ਵਧਣਾ ਇੱਕ 3 ਚੀਜ਼ਾਂ ਦਾ ਸੁਮੇਲ ਹੈ, ਰੋਲ ਆਫ ਪੇਰੈਂਟਸ, ਰੋਲ ਆਫ ਟੀਚਰਸ ਜੀ, ਤੇ ਬੱਚੇ ਦੀ ਖੁਦ ਦੀ ਕੰਸੈਂਟਰੇਸ਼ਨ। ਜੀ, ਆਪਣੀ ਗੱਲਬਾਤ ਇਸ ਤਰ੍ਹਾਂ ਕਰਦੇ ਰਵਾਂਗੇ। ਪ੍ਰੋਗਰਾਮ ਆਰੋਗ ਜੀਵਨ ਦੇ ਵਿੱਚ ਹੁਣ ਲੈਣੇ ਇੱਕ ਛੋਟਾ ਜਿਹਾ ਬ੍ਰੇਕ। Condola Travels. Book your flight tickets online. Fast and easy way to book your domestic and international flight tickets. Friendly customer support. Travel in budget and style. Condola Travels. Call 209-800-8808. Website www.condolatravels.com. ਇੱਕ ਵਾਰੀ ਫੇਰ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਉਹਨਾਂ ਦੇ ਆਪਣੇ ਪ੍ਰੋਗਰਾਮ ਆਰੋਗ ਜੀਵਨ ਦੇ ਵਿੱਚ। ਪ੍ਰੋਫੈਸਰ ਡਾਕਟਰ ਵਿਪੁਲ ਤ੍ਰਿਖਾ ਜੀ ਪੰਜਾਬ 1 ਟੀਵੀ ਦੇ ਸਟੂਡੀਓ ਦੇ ਵਿੱਚ ਸਾਡੇ ਨਾਲ ਨੇ, ਲਗਾਤਾਰ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਤੇ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਅਸੀਂ ਡਿਪਰੈਸ਼ਨ ਦੀ, ਜੀ ਮੇਗਾ ਜੀ, ਤੇ ਡਿਪਰੈਸ਼ਨ ਦੇ ਨਾਲ ਐਂਜ਼ਾਈਟੀ ਵੀ ਹੈ, ਬਿਲਕੁਲ, ਪੈਨਿਕ ਅਟੈਕਸ ਵੀ ਹੈ, ਬਿਲਕੁਲ। ਇਹ ਸਾਰੀ ਸਮੱਸਿਆਵਾਂ ਦਾ ਜੇ ਹੱਲ ਦੇਖੀਏ ਤਾਂ ਹੋਮਿਓਪੈਥੀ ਦੇ ਵਿੱਚ ਕਿੱਦਾਂ ਨਿਕਲ ਸਕਦਾ? ਬਹੁਤ ਵਧੀਆ ਹੱਲ ਨਿਕਲਦਾ। ਮੈਂ ਨਾ ਵਾਪਸ ਆਪਾਂ ਪਹਿਲੀ ਗੱਲ ਤੇ ਆਉਂਦੇ ਹਾਂ। ਆਪਾਂ ਕਰੋਨਾ ਕਾਲ ਦੇ ਵਿੱਚ ਗੱਲ ਕੀਤੀ ਸੀ ਕਿ ਸਾਡੀ ਹੋਮਿਓਪੈਥਿਕ ਮੈਡੀਸਿਨਸ ਨੇ ਰੈਜ਼ਿਸਟੈਂਸ ਵਧਾਈ। ਸ਼ਾਇਦ ਪਿਛਲੇ ਕਿਸੇ ਐਪੀਸੋਡ 'ਚ ਆਪਾਂ ਗੱਲ ਕੀਤੀ ਸੀ। ਜਿਹੜੀ ਉਹ ਮੈਡੀਸਿਨ ਹੈ ਨਾ ਆਰਸੈਨਿਕ, ਜੀ ਜੀ, ਉਹ ਇਮਿਊਨਿਟੀ ਤਾਂ ਵਧਾਉਂਦੀ ਹੈ। ਉਹਦੇ ਨਾਲ ਜਿਹੜੀ ਕਰੋਨਾ ਕਾਲ ਦੇ ਵਿੱਚ ਸਾਡੇ ਤੇ ਟੈਨਸ਼ਨ ਪਈ ਹੋਈ ਸੀ, ਪੈਨਿਕ ਜਿਹੜਾ ਪਿਆ ਹੋਇਆ ਸੀ, ਯਾਦ ਕਰੋ ਕਿੰਨੀ ਦਹਿਸ਼ਤ ਸੀ। ਬਹੁਤ ਦਹਿਸ਼ਤ ਸੀ, ਬਿਲਕੁਲ ਠੀਕ ਗੱਲ। ਆਦਮੀ ਨੂੰ ਮਿਲਣ ਤੋਂ ਗੁਰੇਜ਼ ਕਰ ਰਿਹਾ ਸੀ। ਜੀ ਜੀ, ਹੈ ਨਾ। ਉਸ ਕਾਲ ਦੇ ਵਿੱਚ ਜਿਹੜੀ ਆਰਸੈਨਿਕ ਦਵਾਈ ਸੀ ਨਾ, ਉਹ ਐਂਗਜ਼ਾਇਟੀ ਦੀ ਬੜੀ ਵਧੀਆ ਮੈਡੀਸਿਨ ਸੀ। ਉਹਨੇ ਬੇਚੈਨੀ ਨੂੰ ਬੜਾ ਕੰਟਰੋਲ ਕੀਤਾ, ਨੈਗੇਟਿਵਿਟੀ ਨੂੰ ਬੜਾ ਪੋਜ਼ਿਟਿਵ ਲਿਆਉਣ 'ਚ ਹੈਲਪ ਕੀਤਾ। ਉਹ ਮੈਡੀਸਿਨ ਇਮਿਊਨਿਟੀ ਵਾਸਤੇ ਤਾਂ ਹੈਗੀ ਸੀ, ਨਾਲ ਐਂਗਜ਼ਾਇਟੀ ਦੀ ਵੀ ਸੀ। ਸੋ ਇਸ ਕਰਕੇ ਐਂਗਜ਼ਾਇਟੀ ਵਾਸਤੇ ਵੀ ਬਹੁਤ ਅੱਛੀਆਂ ਦਵਾਈਆਂ ਨੇ। ਜਿਹੜੀ ਬੇਚੈਨੀ, ਨੀਂਦ ਨਾ ਆਉਣਾ, ਘਬਰਾਹਟ ਹੋਣਾ, ਹੈ ਨਾ, ਅਨਨੈਸੈਸਰੀਲੀ ਨੈਗੇਟਿਵਿਟੀ ਆਣੀ, ਜਾਂ ਅੱਗੇ ਤੋਂ ਅੱਗੇ ਨੈਗੇਟਿਵ ਤੋਂ ਨੈਗੇਟਿਵ ਹੀ ਸੋਚੀ ਜਾਣਾ, ਦੂਰ ਤੱਕ ਚਲੇ ਹੋਵੇ ਭਾਵੇਂ ਕੁਝ ਵੀ ਨਾ, ਬਿਲਕੁਲ, ਹੈ ਨਾ। ਅਨਨੋਨ ਐਂਗਜ਼ਾਇਟੀ ਅਸੀਂ ਕਹਿ ਦਿੰਦੇ ਹਾਂ, ਉਹ ਵੀ ਹੋ ਜਾਂਦੀਆਂ, ਜਿਨ੍ਹਾਂ ਦਾ ਕੋਈ ਕਾਰਨ ਹੀ ਨਹੀਂ ਸਮਝ ਆਉਂਦੀ। ਕਈ ਵਾਰੀ ਕੋਈ ਡੈਥ ਹੋਈ ਹੁੰਦੀ ਹੈ, ਉਹਦੀ ਐਂਗਜ਼ਾਇਟੀ ਹੋ ਜਾਂਦੀ ਹੈ। ਅਨਨੈਚੁਰਲ ਡੈਥਸ ਹੋ ਜਾਂਦੀਆਂ, ਉਹਦੀ ਬੇਚੈਨੀ, ਘਬਰਾਹਟ ਕਿੰਨੀ ਦੇਰ ਤੱਕ ਨਹੀਂ ਜਾਂਦੀ, ਕਿਉਂਕਿ ਉਹ ਸਦਮੇ ਜਿਹੜੇ ਹੁੰਦੇ ਉਹ ਬਰਦਾਸ਼ਤ ਕਰਨੇ ਬੜੇ ਔਖੇ ਹੁੰਦੇ। ਸੋ ਉਹਨਾਂ ਚੀਜ਼ਾਂ 'ਚ ਵੀ ਉਹਨਾਂ ਨੂੰ ਬਾਹਰ ਕੱਢਣ 'ਚ ਸਾਡੀਆਂ ਮੈਡੀਸਿਨਸ ਕੰਮ ਕਰਦੀਆਂ ਜੀ। ਸੋ ਸਿਰਫ ਕਾਉਂਸਲਿੰਗ ਨਹੀਂ, ਮੈਡੀਸਿਨਸ ਦਾ ਵੀ ਬਹੁਤ ਵੱਡਾ ਰੋਲ ਹੈ। ਹੋਮਿਓਪੈਥਿਕ ਮੈਡੀਸਿਨਸ ਦਾ ਇੱਕ ਪੂਰਾ ਦਾ ਪੂਰਾ ਇੱਕ ਕਾਇਦਾ ਹੈਗਾ, ਇੱਕ ਪੂਰਾ ਦਾ ਪੂਰਾ ਸੈੱਟ ਆਫ ਮੈਡੀਸਨ ਹੈ ਜਿਹੜੀ ਐਂਗਜ਼ਾਇਟੀ ਵਾਸਤੇ ਜਾਂ ਡਿਪਰੈਸ਼ਨ ਵਾਸਤੇ ਜਾਂ ਰੈਸਟਲੈਸਨੈਸ ਵਾਸਤੇ ਕਾਫੀ ਹੈਲਪਫੁਲ ਹੈ। ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਅਸੀਂ ਸ਼ੁਰੂਆਤ ਦੇ ਵਿੱਚ ਬੱਚਿਆਂ ਦੀ ਗੱਲ ਕੀਤੀ ਕਿ ਬੱਚਿਆਂ ਲਈ ਹੋਮਿਓਪੈਥੀ ਮੈਡੀਸਿਨ ਜਿਹੜੀ ਪੂਰੀ ਤਰ੍ਹਾਂ ਸੇਫ ਹੈ ਔਰ ਅਸਰਦਾਇਕ ਹੈ, ਫਿਰ ਅਸੀਂ ਪ੍ਰੈਗਨੈਂਸੀ ਦੀ ਗੱਲ ਕੀਤੀ। ਤੇ ਇੱਕ ਸਵਾਲ ਮੇਰੇ ਮਨ ਦੇ ਵਿੱਚ ਇਹ ਆ ਰਿਹਾ ਕਿ ਬਾਂਝਪਨ ਦੀ ਜੇ ਪ੍ਰੋਬਲਮ ਨੂੰ ਲੈ ਕੇ ਅਸੀਂ ਚੱਲੀਏ ਤੇ ਕਾਫੀ ਸਮੱਸਿਆ ਹੈ ਇਸ ਵੇਲੇ। ਅਸੀਂ ਦੇਖਦੇ ਹਾਂ ਕਿ ਜੋੜਿਆਂ ਦੇ ਵਿੱਚ ਇਹ ਪ੍ਰੋਬਲਮ ਕਾਫੀ ਹੈ ਤੇ ਕਾਫੀ ਜਗ੍ਹਾ ਉਹ ਭਟਕਦੇ ਵੀ ਨੇ। ਕੀ ਹੋਮਿਓਪੈਥੀ ਦਾ ਜੇ ਸਹਾਰਾ ਉਹ ਲੈਂਦੇ ਨੇ ਤੇ ਇਸ ਪ੍ਰੋਬਲਮ ਜਿਹੜੀ ਹੈ ਉਹ ਦੂਰ ਹੋ ਸਕਦੀ ਹੈ ਕਿ ਉਹਦੇ ਨਾਲ ਪ੍ਰੈਗਨੈਂਸੀ ਕਨਸੀਵ ਹੋ ਸਕਦੀ ਹੈ? ਬੜਾ ਵਾਈਡ ਸਵਾਲ ਹੈ ਇਹ। ਵਾਈਡ ਇਸ ਕਰਕੇ ਕਹਿ ਰਿਹਾ ਕਿ ਇਹਦੇ ਜਵਾਬ ਬੜੇ ਲੰਬੇ ਨੇ। ਕੋਸ਼ਿਸ਼ ਕਰਾਂਗੇ ਸੰਖਿਪਤ 'ਚ ਗੱਲ ਕਰਨ ਦੀ, ਛੋਟੇ ਤੌਰ ਤੇ ਗੱਲ ਕਰਨ ਦੀ। ਦੇਖੋ, ਬਾਂਝਪਨ ਇੱਕ ਵੱਡਾ ਸ਼ਬਦ ਹੈ ਜਿਹਦਾ ਮਤਲਬ ਹੈ ਕਿ ਬੱਚੇ ਦਾ ਨਾ ਹੋਣਾ, ਸਟਰਲਿਟੀ ਜਿਹਨੂੰ ਆਪਾਂ ਕਹਿੰਦੇ ਹਾਂ। ਬਿਲਕੁਲ ਠੀਕ ਗੱਲ। ਉਹ ਸਟਰਲਿਟੀ ਦੇ ਕਈ ਕਾਰਨ ਨੇ। ਸਭ ਤੋਂ ਵੱਡਾ ਕਾਰਨ ਲੱਭਣਾ ਹੋਵੇ ਤਾਂ ਆਪਾਂ ਲੱਭ ਹੀ ਨਹੀਂ ਸਕਦੇ। ਕਈ ਵਾਰੀ ਨਿੱਕਾ ਜਿਹਾ ਕਾਰਨ ਹੁੰਦਾ। ਜੀ ਜੀ, ਕਈ ਵਾਰੀ ਕੀ ਹੁੰਦਾ ਕਿ ਦੋਨੋਂ ਜਿਹੜੇ ਮੇਲ ਫੀਮੇਲ ਹੈਗੇ ਆ ਉਹਨਾਂ ਦੀ ਰਿਪੋਰਟਸ ਨਾਰਮਲ ਹੁੰਦੀਆਂ, ਸਾਰੀਆਂ ਟੋਟਲ ਨਾਰਮਲ ਹੁੰਦੀਆਂ, ਫਿਰ ਵੀ ਪ੍ਰੈਗਨੈਂਸੀ ਨਹੀਂ ਹੋ ਰਹੀ ਹੁੰਦੀ। ਹੁਣ ਇੱਥੇ ਸਾਨੂੰ ਕਾਜ਼ ਕਈ ਵਾਰ ਨਹੀਂ ਮਿਲਦਾ, ਹੈ ਨਾ। ਦੂਸਰੀ ਗੱਲ, ਬਹੁਤ ਵਾਰੀ ਕਮੀਆਂ ਜੈਂਟਸ ਦੇ ਵਿੱਚ ਹੁੰਦੀਆਂ। ਸਾਡੇ ਕਲਚਰ ਦੇ ਹਿਸਾਬ ਨਾਲ
ਅਸੀਂ ਔਰਤਾਂ ਨੂੰ ਬਲੇਮ ਕਰਦੇ ਹਾਂ ਜੀ, ਕਰਦੇ ਰਹੇ ਹਾਂ, ਹੁਣ ਤੱਕ ਹਟ ਗਿਆ, ਨਹੀਂ ਤਾਂ ਔਰਤਾਂ ਨੂੰ ਹੀ ਬਲੇਮ ਕਰਦੇ ਰਹੇ ਹਾਂ ਕਿ ਔਰਤ ਕਰਕੇ ਪ੍ਰੈਗਨੈਂਸੀ ਨਹੀਂ ਹੋ ਰਹੀ। ਉਸ ਚੱਕਰ 'ਚ ਉਹ ਬੰਦੇ ਨੇ ਕਈ ਵਾਰੀ 2 ਵਿਆਹ ਵੀ ਕਰਾਏ, 3 ਵਿਆਹ ਵੀ ਕਰਾਏ ਜੀ ਜੀ, ਪ੍ਰੈਗਨੈਂਸੀ ਫੇਰ ਨਹੀਂ ਹੋਈ, ਹੈ ਨਾ। ਹੁੰਦਾ ਕੀ ਸੀ ਉਸ ਜ਼ਮਾਨੇ 'ਚ, ਜੈਂਟਸ ਟੈਸਟ ਹੀ ਨਹੀਂ ਕਰਾਉਂਦੇ ਸੀ ਜੀ। ਹੁਣ ਜੈਂਟਸ ਦੇ ਟੈਸਟ ਹੁੰਦੇ ਆ, ਮੇਲ ਫੀਮੇਲ ਰੇਸ਼ੋ ਵੀ ਜੈਂਟਸ ਤੇ ਡਿਪੈਂਡ ਕਰਦੀ ਹੈ, ਕ੍ਰੋਮੋਸੋਮ ਕਿਹੜਾ ਮਿਲਿਆ ਜੈਂਟ ਦਾ, ਉਹਦੇ ਨਾਲ ਹੀ ਬੱਚਾ ਹੋਣਾ, ਹੈ ਨਾ। ਦੂਸਰੀ ਗੱਲ, ਕਈ ਪ੍ਰੋਬਲਮਸ ਹੁੰਦੀਆਂ ਲੇਡੀਜ਼ ਦੀਆਂ, ਜਿਵੇਂ ਹਾਰਮੋਨਲ ਪ੍ਰੋਬਲਮਸ ਹੈ ਜਾਂ ਕੋਈ ਹੈਰੀਡਿਟੀ ਪ੍ਰੋਬਲਮਸ ਹੈ ਸਟਰਲਿਟੀ ਦੀ, ਉਹਨਾਂ ਕਰਕੇ ਵੀ ਬਾਂਝਪਨ ਦੇ ਕੇਸਿਸ ਦੇਖਣ ਨੂੰ ਮਿਲਦੇ ਆ। ਲੇਕਿਨ ਪਰਮਾਤਮਾ ਦੀ ਦਇਆ ਨਾਲ ਐਸੇ ਬੜੇ ਜੋੜੇ ਹੈ ਜਿਨ੍ਹਾਂ ਨੂੰ ਹੋਮਿਓਪੈਥਿਕ ਦਵਾਈਆਂ ਨੇ ਹੈਲਪ ਕੀਤੀ। ਉਹਦੇ 'ਚ ਕੀ ਹੋਇਆ ਕਿ ਜਦੋਂ ਨਾਰਮਲ ਰਿਪੋਰਟਸ ਆਈਆਂ ਨਾ ਦੋਨਾਂ ਦੀਆਂ, ਉਦੋਂ ਵੀ ਈਜ਼ੀ ਕੰਸੈਪਸ਼ਨ ਵਾਸਤੇ ਸਾਡੇ ਕੋਲ ਮੈਡੀਸਿਨਸ ਹੁੰਦੀਆਂ, ਕਾਜ਼ਲੈਸ ਈਜ਼ੀ ਕੰਸੈਪਸ਼ਨ, ਜੀ ਜੀ, ਕਾਰਨ ਕੋਈ ਨਹੀਂ ਮਿਲ ਰਿਹਾ, ਫਿਰ ਵੀ ਕੰਸੈਪਸ਼ਨ ਦੀ ਹੈਲਪ ਕਰਨ ਵਾਸਤੇ ਸਾਡੇ ਕੋਲ ਮੈਡੀਸਿਨਸ ਹੁੰਦੀਆਂ, ਉਹਦੇ ਵੀ ਰਿਜ਼ਲਟਸ ਮਿਲਦੇ ਆ। ਸੋ ਸਟਰਲਿਟੀ ਜਾਂ ਬਾਂਝਪਨ ਵਰਗੀਆਂ ਜਿਹੜੀਆਂ ਵੱਡੀਆਂ ਪ੍ਰੋਬਲਮਸ ਸਮਾਜ 'ਚ ਹੈਗੀਆਂ, ਉਹਨਾਂ ਨੂੰ ਵੀ ਇੱਕ ਵਾਰੀ ਹੋਮਿਓਪੈਥਿਕ ਦਵਾਈਆਂ ਜ਼ਰੂਰ ਟਰਾਈ ਕਰਨੀਆਂ ਚਾਹੀਦੀਆਂ। ਬਹੁਤ ਵਾਰੀ ਜੈਂਟਸ ਦੇ ਵਿੱਚ ਪ੍ਰੋਬਲਮ ਹੁੰਦੀ ਹੈ, ਬਹੁਤ ਵਾਰੀ, ਜਿਨ੍ਹਾਂ ਨੂੰ ਅਸੀਂ ਇਨਕਰੀਜ਼ ਕਰ ਦਿੰਦੇ ਹਾਂ, ਸਪਰਮੈਟਿਕ ਕਾਊਂਟ ਘੱਟ ਹੁੰਦਾ, ਉਹਨੂੰ ਵਧਾਇਆ ਜਾ ਸਕਦਾ, ਜਿਹਦੇ ਨਾਲ ਉਹਦੀ ਮੂਵਮੈਂਟ ਕਈ ਵਾਰੀ ਘੱਟ ਹੁੰਦੀ ਹੈ, ਉਹਨੂੰ ਸਾਡੀ ਟੈਕਨੀਕਲ ਲੈਂਗੁਏਜਿਸ ਦੇ ਵਰਡਸ ਨੇ। ਲੇਕਿਨ ਆਪਾਂ ਇਹ ਕਹੀਏ ਕਿ ਬਾਂਝਪਨ ਦੇ ਵਿੱਚ ਹੋਮਿਓਪੈਥੀ ਦਾ ਕੋਈ ਰੋਲ ਨਹੀਂ ਹੈ, ਗਲਤ ਹੈ। ਬਾਂਝਪਨ 'ਚ ਅਸੀਂ ਕਾਫੀ ਹੈਲਪ ਕਰ ਸਕਦੇ ਹਾਂ, ਇੱਕ ਵਾਰੀ ਟਰਾਈ ਜ਼ਰੂਰ ਕਰਨੀ ਚਾਹੀਦੀ ਹੈ ਹੋਮਿਓਪੈਥੀ ਕਪਲਸ ਨੂੰ। ਜੀ, ਮਤਲਬ ਜਿਸ ਤਰ੍ਹਾਂ ਆਪਾਂ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ ਸੀ, ਦੇ ਵਿੱਚ ਕਾਫੀ ਗੱਲਾਂ ਕੀਤੀਆਂ ਕਿ ਹੋਮਿਓਪੈਥੀ ਦੇ ਨਾਲ ਹਰ ਬਿਮਾਰੀ ਦਾ ਇਲਾਜ 100% ਸੰਭਵ ਹੈ। ਬਿਲਕੁਲ ਜੀ। ਤੇ ਇੱਕ ਗੱਲ ਮੈਂ ਇੱਥੇ ਹੋਰ ਕਰਾਂਗੀ, ਉਹ ਹੈ ਮੋਟਾਪੇ ਦੀ। ਮੋਟਾਪੇ ਦੀ ਜਿਹੜੀ ਸਮੱਸਿਆ ਹੈ, ਉਹਦੇ ਨਾਲ ਜਿਹੜੇ, ਚਾਹੇ ਮੈਂ ਭਾਰਤ ਦੀ ਗੱਲ ਕਰਾਂ, ਚਾਹੇ ਮੈਂ ਅਮਰੀਕਾ ਦੀ ਗੱਲ ਕਰਾਂ, ਵਰਲਡ ਲੈਵਲ ਦੀ ਗੱਲ ਕਰਾਂ, ਬਿਲਕੁਲ ਬਿਲਕੁਲ ਇਹ ਸਮੱਸਿਆ ਵਰਲਡ ਲੈਵਲ ਤੇ ਹੈ ਕਿ ਹੋਮਿਓਪੈਥੀ ਨਾਲ ਅਸੀਂ ਮੋਟਾਪਾ ਵੀ ਘਟਾ ਸਕਦੇ ਹਾਂ। ਦੇਖੋ, ਇਹਦੇ 'ਚ ਨਾ ਕੁਝ ਕਨਸੈਪਟਸ ਮੈਂ ਕਲੀਅਰ ਕਰਾਂ ਪਹਿਲੇ, ਬੜੇ ਜ਼ਰੂਰੀ ਹੈ। ਇੱਕ ਤਾਂ ਮੋਟਾਪਾ ਹੁੰਦਾ ਕੀ ਹੈ ਜੀ, ਮਤਲਬ ਕਈਆਂ ਨੂੰ ਇਹ ਹੀ ਨਹੀਂ ਸਮਝ ਆਉਂਦੀ ਕਿ ਅਸੀਂ ਮੋਟੇ ਹੈਗੇ ਆ ਕਿ ਨਹੀਂ ਹੈਗੇ ਜੀ ਜੀ। ਉਹਨੂੰ ਦੇਖਣ ਦਾ ਕੀ ਤਰੀਕਾ ਹੈ, ਬੜਾ ਸੌਖਾ ਜਿਹਾ ਤਰੀਕਾ ਹੈ। 25 ਤੋਂ 30 ਸਾਲ ਦੀ ਉਮਰ ਵਿੱਚ ਜਿੰਨਾ ਤੁਹਾਡਾ weight ਸੀ ਨਾ, ਜੇ ਅੱਜ ਉਸ ਤੋਂ ਜ਼ਿਆਦਾ ਹੈ, ਤੁਸੀਂ ਮੋਟੇ ਹੋ। ਅੱਛਾ, ਮੋਟਾ ਜਿਹਾ ਹਿਸਾਬ ਹੈ, ਫਿਰ ਤਾਂ ਸਾਰੇ ਮੋਟੇ ਹਾਂ, ਸਾਰੇ ਮੋਟੇ। 10%, 20%, 25%, 30% ਲੋਕ ਹੋਣਗੇ ਜਿਨ੍ਹਾਂ ਦਾ ਵਜ਼ਨ ਓਨਾ ਹੀ ਹੋਏਗਾ ਜੀ। ਜ਼ਿਆਦਾਤਰ ਲੋਕਾਂ ਦਾ ਵਜ਼ਨ ਵਧਿਆ ਹੁੰਦਾ, ਲੇਕਿਨ ਕ੍ਰਾਈਟੇਰੀਆ ਬੇਸਿਕ ਇਹੀ ਹੈ ਕਿ 25 ਤੋਂ 30 ਸਾਲ ਦੀ ਉਮਰ ਦੇ ਵਿੱਚ ਜਿੰਨਾ ਤੁਹਾਡਾ weight ਸੀ, ਅੱਜ ਵੀ ਓਨਾ ਹੀ ਹੋਣਾ ਚਾਹੀਦਾ, weight ਵਧਣਾ ਨਹੀਂ ਚਾਹੀਦਾ। 2-4 ਕਿਲੋ ਦੀ ਵੇਰੀਏਸ਼ਨ ਅਲਾਉਡ ਹੁੰਦੀ ਹੈ, ਲੇਕਿਨ ਨਹੀਂ ਵਧਣਾ ਚਾਹੀਦਾ। ਨੰਬਰ 2, ਹੁਣ ਆਪਾਂ ਇਹ ਮੋਟਾਪੇ ਦੇ ਕਾਰਨ ਕੀ ਹੁੰਦੇ ਜੀ। ਅਸੀਂ ਨਾ ਇੰਡੀਅਨਸ ਪਰਟੀਕੂਲਰਲੀ ਬਾਹਰਲੀਆਂ ਚੀਜ਼ਾਂ ਨੂੰ ਬੜੀ ਜਲਦੀ ਅਡੋਪਟ ਕਰਦੇ ਹਾਂ। ਹੁਣ ਇਟਾਲੀਅਨ ਫੂਡ ਹੈ, ਆਸਟ੍ਰੇਲੀਅਨ ਫੂਡ ਹੈ, ਫਾਸਟ ਫੂਡ ਹੈ, ਚਾਈਨੀਜ਼ ਫੂਡ ਹੈ ਨਾ। ਇਸ ਬੱਚਿਆਂ ਨੂੰ ਇੰਨੇ ਕੁ ਟੇਸਟ ਪਾਤੇ, ਇਹਨਾਂ 'ਚੋਂ ਕੋਈ ਵੀ ਫੂਡ ਐਸਾ ਨਹੀਂ ਹੈ ਜਿਹੜਾ ਕਿ ਮੋਟਾਪਾ ਨਾ ਦੇਵੇ। ਪਰਟੀਕੂਲਰਲੀ ਜੇ ਉਹਨੂੰ ਥੋੜੀ ਜਿਹੀ ਵੀ ਐਕਸੈਸਿਵ ਮਾਤਰਾ 'ਚ ਲਿਆ ਜਾਂਦਾ ਤਾਂ ਉਹਨੇ weight ਵਧਾਣਾ ਹੀ ਵਧਾਣਾ ਹੈ। ਨੰਬਰ 1, ਬਿਲਕੁਲ ਠੀਕ ਗੱਲ ਹੈ। ਨੰਬਰ 2, ਇਹਦੇ ਨਾਲ ਲੱਗਵੀਂ ਗੱਲ ਕਰਦੇ ਹਾਂ ਕਿ ਜੇ ਮਾਵਾਂ ਸਿਆਣੀਆਂ ਹੋਣ ਤਾਂ ਆਹੀ 4 ਚੀਜ਼ਾਂ ਘਰ 'ਚ ਬਣਾ ਕੇ ਦੇਣ। ਇੱਕ ਤਾਂ ਤੁਹਾਨੂੰ ਇਹ ਪਤਾ ਹੋਏਗਾ ਕਿ ਤੇਲ ਕਿਹੜਾ ਹੈ, ਬਿਲਕੁਲ ਠੀਕ ਗੱਲ, ਘਿਓ ਕਿਹੜਾ ਪਾ ਰਹੇ ਹਾਂ ਅਸੀਂ, ਤੇਲ ਕਿਹੜਾ ਪਾ ਰਹੇ ਹਾਂ। ਇੱਕ ਤੁਸੀਂ ਉਹਦੇ ਵਿੱਚ ਗ੍ਰੀਨ ਵੈਜੀਟੇਬਲਸ ਪਾ ਸਕਦੇ ਹੋ, ਜਿਹੜੀ ਬਾਜ਼ਾਰ ਵਾਲੇ ਨਹੀਂ ਪਾਉਂਦੇ ਜਾਂ ਘੱਟ ਪਾਉਂਦੇ। ਤੀਸਰਾ, ਜੋ ਚੀਜ਼ ਤੁਸੀਂ ਤਿਆਰ ਕਰ ਰਹੇ ਹੋ ਉਹਨੂੰ ਤੁਸੀਂ ਸਾਫ਼ ਸੁਥਰੀ ਕਰਕੇ ਦਿਓਗੇ, ਹੈ ਨਾ। ਸੋ ਇਹ ਚੀਜ਼ਾਂ ਮਾਵਾਂ ਧਿਆਨ ਕਰ ਲੈਣ ਤਾਂ ਸ਼ਾਇਦ ਮੋਟਾਪਾ ਘਟ ਜੇ, ਹੋਰ ਘਟ ਜੇ। ਇੱਕ ਕਰੀਮਾਂ ਜਿਹੜੀਆਂ ਸੀ, ਉਹ ਕਰੀਮਾਂ ਲਾਉਣ ਵਾਲੀਆਂ ਹੁੰਦੀਆਂ ਸੀ ਬੇਸਿਕਲੀ ਫੇਸ ਫੂਸ, ਤੇ ਹੁਣ ਆਪਾਂ ਖਾਈ ਜਾਂਦੇ ਹਾਂ। ਉਹ ਸਾਰੀਆਂ ਡਿਪੋਜ਼ਿਟੇਬਲ ਨੇ ਜੀ, ਉਹ ਸਾਰੀਆਂ ਜਮ੍ਹਾਂ ਹੁੰਦੀਆਂ। ਦੂਸਰੀ ਗੱਲ ਜਿਹੜੀ ਵੱਡੀ ਆ ਗਈ, ਉਹ ਆ ਗਈ ਸਾਡਾ ਲਾਈਫ ਸਟਾਈਲ। ਸਾਰਾ ਦਿਨ ਅਸੀਂ ਬੈਠ ਕੇ ਕੰਮ ਕਰਦੇ ਹਾਂ। ਬੱਚੇ ਦੇਖ ਲਓ ਤੁਸੀਂ, ਜਿਹੜੀਆਂ ਗੇਮਸ ਹੁੰਦੀਆਂ ਸੀ ਨਾ, ਜਿਵੇਂ ਕ੍ਰਿਕਟ, ਫੁੱਟਬਾਲ, ਵਾਲੀਬਾਲ, ਹੈ ਨਾ, ਇਹ ਸਾਰੀਆਂ ਆਊਟਡੋਰ ਗੇਮਸ ਹੁੰਦੀਆਂ ਸੀ, ਬਾਹਰ ਗਰਾਊਂਡਸ ਦੇ ਵਿੱਚ ਖੇਡਣ ਵਾਲੀਆਂ। ਅੱਜ ਕੱਲ੍ਹ ਕਿੱਥੇ ਖੇਡ ਰਹੇ? ਕੰਪਿਊਟਰ ਤੇ। ਬਿਲਕੁਲ, ਤੇ ਖਾਸ ਕਰ ਹੁਣ ਦੇ ਟਾਈਮ ਜਦੋਂ ਆਨਲਾਈਨ ਕਲਾਸਿਸ ਚੱਲ ਰਹੀਆਂ, ਬੱਚੇ ਲੈਪਟਾਪ ਤੇ ਮੋਬਾਈਲਸ ਦੇ ਅੱਗੇ ਇਸ ਟਾਈਮ ਮੋਟਾਪੇ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਨੇ। ਬਹੁਤ ਵੱਡਾ ਸ਼ਿਕਾਰ। ਲੈਪਟਾਪ, ਮੋਬਾਈਲ ਤਾਂ ਇੱਕ ਵੱਖਰਾ ਇੱਕ ਸਬਜੈਕਟ ਹੈ ਪੂਰਾ, ਜਿਹੜਾ ਬੱਚਿਆਂ ਨੂੰ ਜ਼ਰੂਰ ਗਾਈਡ ਕਰਨਾ ਚਾਹੀਦਾ। ਉਹ ਮੋਟਾਪਾ ਇਕੱਲਾ ਨਹੀਂ, ਹੋਰ ਬੜੇ ਨੁਕਸਾਨ ਹੈ ਉਹਦੇ। ਚਲੋ ਐਨੀਵੇ, ਦੂਸਰੀ ਗੱਲ ਇਹ ਹੋ ਗਈ ਕਿ ਸਾਡਾ ਜਿਹੜਾ ਗੇਮਸ ਨੇ ਬੱਚਿਆਂ ਦੀਆਂ, ਜਿਨ੍ਹਾਂ ਨਾਲ ਕੋਈ ਹੈਲਥ ਇੰਪਰੂਵ ਹੁੰਦੀ ਸੀ ਜਾਂ ਮੋਟਾਪਾ ਘਟਦਾ ਸੀ, ਉਹ ਅਸੀਂ ਅੱਜ ਕੱਲ੍ਹ ਲੈਪਟਾਪ 'ਤੇ ਖੇਡਦੇ ਹਾਂ। ਆਊਟਡੋਰ ਗੇਮਸ ਇਨਡੋਰ ਖੇਡਣ ਲੱਗ ਗਏ।
ਬਿਲਕੁਲ ਠੀਕ ਹੈ। ਤੀਸਰੀ ਗੱਲ, ਸਾਡਾ ਲਾਈਫ ਸਟਾਈਲ ਸਿਟਿੰਗ ਹੋ ਗਿਆ ਜੀ। ਇੱਕ ਮੇਗਾ ਜੀ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਬੜੀ ਮਜ਼ੇਦਾਰ ਐਗਜ਼ਾਮਪਲ ਜੀ। ਇੱਕ ਜ਼ਮਾਨਾ ਸੀ ਜਦੋਂ ਟੈਲੀਵਿਜ਼ਨ ਸੈੱਟ ਬਹੁਤ ਮੋਟੇ ਹੁੰਦੇ ਸੀ ਜੀ ਬਿਲਕੁਲ, ਤੇ ਬੰਦੇ ਬੜੇ ਪਤਲੇ ਹੁੰਦੇ ਸੀ ਜੀ ਹੈ ਨਾ ਜੀ। ਉਦੋਂ ਬੰਦਾ ਬਹੁਤ ਚੱਲਦਾ ਸੀ, ਟੈਲੀਵਿਜ਼ਨ ਘੱਟ ਚੱਲਦਾ ਸੀ। ਹੁਣ ਕੀ ਹੋ ਗਿਆ, ਟੈਲੀਵਿਜ਼ਨ ਸੈੱਟ ਪਤਲੇ ਹੋ ਗਏ, ਦੇਖਣ ਵਾਲੇ ਮੋਟੇ ਹੋ ਗਏ, ਕਿਉਂਕਿ ਬੰਦਾ ਹੁਣ ਘੱਟ ਚੱਲਦਾ, ਟੀਵੀ ਜ਼ਿਆਦਾ ਚੱਲਦਾ ਹੈ। ਜੀ ਜੀ, ਹੈ ਨਾ। ਸੋ ਇਸ ਜ਼ਮਾਨੇ ਦੇ ਨਾਲ ਜਿਵੇਂ ਚੀਜ਼ਾਂ ਬਦਲਦੀਆਂ, ਉਹ ਇੱਕ ਕਨਸੈਪਟ ਜਿਹਾ ਬਣ ਗਿਆ। ਸਾਡੀ ਸਿਟਿੰਗ ਹੀ ਇੰਨੀ ਜ਼ਿਆਦਾ ਹੋ ਗਈ ਕਿ ਅਸੀਂ ਬੈਠ ਕੇ ਆਪਣਾ weight ਵਧਾ ਲੈਂਦੇ ਹਾਂ। ਠੀਕ ਹੈ ਜੀ। ਤੀਸਰੀ ਗੱਲ, ਹੁਣ ਆ ਜੀ ਆਪਾਂ ਉਸ ਗੱਲ ਤੇ ਕਿ ਇਹਨੂੰ ਆਪਾਂ ਕੰਟਰੋਲ ਕਿੱਦਾਂ ਕਰ ਸਕਦੇ ਹਾਂ, ਜਾਂ ਇਹਨੂੰ ਦੇਖੋ, ਇਹ ਜੋ ਚੀਜ਼ਾਂ ਮੈਂ ਕਹੀਆਂ ਸਾਰੀਆਂ ਚੇਂਜ ਨਹੀਂ ਹੋ ਸਕਦੀਆਂ। ਮਾਊਥ ਸ਼ਟ ਨਹੀਂ ਹੋ ਸਕਦੇ ਜੀ ਜੀ। ਅਸੀਂ ਕੁਛ ਨਾ ਕੁਛ ਤਾਂ ਖਾਣਾ ਹੀ ਖਾਣਾ। ਸਾਡੇ ਕਲਚਰ ਐਸਾ ਹੈ ਕਿ ਅਸੀਂ ਮੈਰਿਜਸ ਤੇ ਵੀ ਜਾਂਦੇ ਹਾਂ ਤੇ ਇੰਨੇ ਸਾਰੇ ਸਨੈਕਸ ਖਾ ਕੇ ਫਿਰ ਅਸੀਂ ਕਹਿੰਦੇ ਖਾਣਾ ਤਾਂ ਜੇ ਖਾਣਾ। ਬਿਲਕੁਲ ਠੀਕ ਗੱਲ। ਕਿੰਨੀ ਓਵਰ ਈਟਿੰਗ ਹੁੰਦੀ ਹੈ ਜੀ। ਡੈਫੀਨੇਟਲੀ ਓਵਰ ਈਟਿੰਗ ਹੁੰਦੀ ਹੈ, ਨਾਲੇ ਮੋਸਟਲੀ ਫਰਾਈਡ ਚੀਜ਼ਾਂ ਦੀ ਹੁੰਦੀ ਹੈ ਨਾ। ਉਹ ਅਸੀਂ ਕਦੇ ਧਿਆਨ ਹੀ ਨਹੀਂ ਕਰਦੇ ਵੀ ਅਸੀਂ ਕਿੰਨਾ ਕੁਛ ਖਾਈ ਜਾ ਰਹੇ ਹਾਂ, ਲਗਾਤਾਰ ਖਾਈ ਜਾ ਰਹੇ ਹਾਂ। ਹੁਣ ਇਹਨੂੰ ਜੇ ਆਪਾਂ ਘਟਾਉਣ ਦੀ ਗੱਲ ਕਰੀਏ ਜਾਂ ਇਹਦਾ ਹੱਲ ਸੋਚਣ ਦੀ ਗੱਲ ਕਰੀਏ ਤਾਂ ਮੈਡਮ ਜਿਹੜੇ ਡਾਈਟ ਚਾਰਟਸ ਹੁੰਦੇ ਆ, ਦੇ ਆਰ ਵੈਰੀ ਯੂਜ਼ਫੁਲ ਡਾਈਟ ਚਾਰਟਸ, ਲੇਕਿਨ ਪਾਰਟਿਕੂਲਰਲੀ ਡਾਈਟੀਸ਼ੀਅਨ ਤੋਂ ਬਣਵਾਏ ਹੋਣ, ਕਿਉਂਕਿ ਇੰਡੀਵਿਜੂਅਲ ਟੂ ਇੰਡੀਵਿਜੂਅਲ ਡਾਈਟ ਚਾਰਟ ਵੀ ਵੇਰੀ ਕਰਦੇ। ਸਪੋਜ਼ ਤੁਸੀਂ ਥਾਇਰਾਇਡ ਪੇਸ਼ੈਂਟ ਹੋ ਜੀ, ਤੁਹਾਡਾ ਡਾਈਟ ਚਾਰਟ ਬਿਲਕੁਲ ਵੱਖਰਾ ਹੋਏਗਾ। ਬਿਲਕੁਲ ਠੀਕ ਗੱਲ। ਸਪੋਜ਼ ਤੁਸੀਂ ਬੀਪੀ ਦੇ ਪੇਸ਼ੈਂਟ ਹੋ, ਸ਼ੂਗਰ ਦੇ ਪੇਸ਼ੈਂਟ ਹੋ, ਤੁਹਾਨੂੰ ਕੋਈ ਹੋਰ ਪ੍ਰੋਬਲਮ ਹੈ, ਤੁਹਾਡੀ ਹਾਰਮੋਨਲ ਪ੍ਰੋਬਲਮ ਹੈ, ਤੁਹਾਡਾ ਡਾਈਟ ਚਾਰਟ ਬਿਲਕੁਲ ਡਿਫਰੈਂਟ ਹੋਏਗਾ ਜੀ। ਅਸੀਂ ਕੀ ਕਹਿੰਦੇ ਆ ਵੀ ਆਹ ਚੀਜ਼ ਛੱਡ ਦੇ, ਆਹ ਚੀਜ਼ ਛੱਡ ਦੇ, ਇਹਨੂੰ ਫੜ ਲਾ, ਉਹਨੂੰ ਫੜ ਲਾ, ਅਸੀਂ ਭੇਡ ਚਾਲ 'ਚ ਲੱਗ ਜਾਂਦੇ ਹਾਂ। ਉਹ ਭੇਡ ਚਾਲ ਸਗੋਂ ਘਟਾਉਣ ਦੀ ਬਜਾਏ ਵਧਾ ਦਿੰਦੀ ਹੈ ਜੀ। ਨੰਬਰ 2, ਸਭ ਤੋਂ ਵੱਡਾ ਜਿਹੜਾ ਮਿਸਕਨਸੈਪਟ ਹੈ weight ਘਟਾਉਣ 'ਚ, ਉਹ ਇਹ ਹੈਗਾ ਕਿ ਸਾਡੀ ਬਾਡੀ ਦੇ ਵਿੱਚ 70% ਵਾਟਰ ਹੈ, 30% ਬਾਕੀ ਚੀਜ਼ਾਂ ਹੈ, 70% ਪਾਣੀ ਹੈ ਜੀ ਜੀ। ਜਦੋਂ ਅਸੀਂ ਜਿਮ ਜੁਆਇਨ ਕਰਦੇ ਹਾਂ ਜਾਂ ਅਸੀਂ ਕ੍ਰੈਸ਼ ਡਾਈਟਿੰਗ ਕਰਦੇ ਹਾਂ ਤਾਂ ਸਭ ਤੋਂ ਪਹਿਲੇ ਸਾਡਾ ਪਾਣੀ ਸੁੱਕਣਾ ਸ਼ੁਰੂ ਹੁੰਦਾ ਹੈ। ਪਾਣੀ ਸੁੱਕਦਾ, ਸਾਡਾ 3-4 ਕਿਲੋ ਘਟ ਜਾਂਦਾ ਜਾਂ ਇੰਚ ਲੋਸ ਹੋ ਜਾਂਦਾ। ਅਸੀਂ ਬੜੇ ਬਾਗੋ ਬਾਗ ਹੋ ਜਾਂਦੇ ਕਿ 15 ਦਿਨਾਂ 'ਚ 3 ਕਿਲੋ ਘਟ ਗਿਆ ਲੇਕਿਨ ਅਗਲਾ ਕਿਲੋ ਕਿਵੇਂ ਘਟੇਗਾ? ਉਹ ਫੈਟ ਹੈ, ਉਹਨੇ ਘਟਣ ਤੇ ਟਾਈਮ ਲੈਣਾ। ਉਦੋਂ ਅਸੀਂ ਅੱਕ ਜਾਂਦੇ ਹਾਂ 15 ਦਿਨ ਹੋਰ ਲਾ ਕੇ। ਅੱਛਾ, ਫਿਰ ਜਦੋਂ ਛੱਡ ਦਿੰਦੇ ਹਾਂ ਉਹੀ ਪਾਣੀ ਫਿਰ ਰੀਫਿਲ ਹੋ ਜਾਂਦਾ। ਇਸੇ ਕਰਕੇ ਕਹਿੰਦੇ ਵੀ ਜਿਮ ਜੁਆਇਨ ਕੀਤੀ ਰੱਖਿਆ ਤਾਂ ਮੈਂ ਠੀਕ ਰਿਹਾ, ਜਿਵੇਂ ਹੀ ਜਿਮ ਛੱਡਿਆ ਮੈਂ ਵਾਪਸ ਉਵੇਂ ਹੋ ਗਿਆ। ਜਾਂ ਮੈਂ ਮੈਡੀਸਿਨਸ ਖਾਧੀਆਂ ਤਾਂ ਮੈਨੂੰ ਫਰਕ ਪਿਆ, ਜਿਵੇਂ ਹੀ ਮੈਡੀਸਿਨ ਛੱਡੀ ਫਿਰ ਉਵੇਂ ਹੋ ਗਿਆ। ਡਾਈਟ ਚਾਰਟ ਫੋਲੋ ਕੀਤੇ ਤਾਂ ਮੈਨੂੰ ਫਰਕ ਪਿਆ। ਇੱਕ ਪ੍ਰੋਸੈਸ ਹੈ, ਇਹ ਕੋਈ ਸ਼ਾਰਟਕਟ ਨਹੀਂ ਹੈ। ਸਾਡੇ ਕੋਲ ਵੀ ਲੋਕ ਆਉਂਦੇ ਨਾ ਮੋਟਾਪੇ ਦੀ ਦਵਾਈ ਲੈਣ, ਐ ਸੋਚ ਕੇ ਆਉਂਦੇ ਵੀ ਅੱਜ ਦਵਾਈ ਲੈ ਕੇ ਆਏ, ਸਵੇਰੇ 3 ਕਿਲੋ ਘਟਿਆ ਹੋਣਾ। ਜੀ ਜੀ। ਉਹ ਭਾਈ ਸਾਹਿਬ ਤੁਸੀਂ ਪਾਰਲਰ ਨਹੀਂ ਆਏ ਵੀ ਤੁਸੀਂ ਪਾਰਲਰ ਗਏ, ਤਿਆਰ ਹੋ ਕੇ ਬਾਹਰ ਆ ਗਏ। ਇਹ ਮੈਡੀਸਿਨ ਹੈ, ਇਹ ਪ੍ਰੋਸੈਸ ਹੈ, ਇਹਨੇ ਟਾਈਮ ਲੈਣਾ ਹੈ। ਜੋ ਕਨਸੈਪਟ weight ਘਟਾਉਣ ਵਾਸਤੇ ਤੁਸੀਂ ਸ਼ੁਰੂ ਕੀਤਾ ਹੈ ਨਾ, ਉਹ ਮਹੀਨਿਆਂ ਬੱਧੀ ਚੱਲੂਗਾ ਤਾਂ ਤੁਹਾਡੀ ਗੱਲ ਬਣਨੀ ਹੈ ਜੀ। ਇਹ ਨਾ ਸੋਚੋ ਕਿ ਪਹਿਲੇ ਮਹੀਨੇ 3 ਕਿਲੋ ਘਟ ਗਏ, ਦੂਜੇ ਮਹੀਨੇ ਤਾਂ ਕਿਲੋ ਹੀ ਘਟਿਆ, ਫਿਰ ਕੀ ਹੋ ਗਿਆ? ਕਿਲੋ ਘਟਿਆ ਨਾ, ਅਗਲੇ ਮਹੀਨੇ ਹੋ ਸਕਦਾ 2 ਕਿਲੋ ਘਟ ਜੇ। ਪ੍ਰੋਸੈਸ ਹੈ ਇਹ ਜੋ ਵੀ weight ਘਟਾਉਣ ਦੇ ਸਾਧਨ ਨੇ ਉਹ ਵਿੱਚ ਹੋਮਿਓਪੈਥਿਕ ਮੈਡੀਸਿਨਸ ਵੀ ਹੁੰਦੀਆਂ ਨੇ ਜਿਹੜੀਆਂ weight ਘਟਾਉਣ 'ਚ ਹੈਲਪ ਕਰਦੀਆਂ। ਉਹਨਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ, ਡੈਫੀਨੇਟਲੀ ਉਹ ਹੈਲਪ ਕਰਦੀਆਂ। ਲੇਕਿਨ ਕੱਲੀਆਂ ਮੈਡੀਸਿਨਸ 'ਤੇ ਡਿਪੈਂਡ ਹੋ ਜਾਈਏ, ਉੱਧਰੋਂ ਆਪਾਂ ਟੈਂਕੀ ਖਾਲੀ ਕਰਨੀ ਹੈ, ਉੱਧਰੋਂ ਆਪਾਂ ਭਰੀ ਜਾਈਏ, ਉਹ ਪੋਸੀਬਲ ਨਹੀਂ ਹੈ। ਮਾਊਥ ਸ਼ਟ ਤਾਂ ਕਰਨਾ ਹੀ ਪੈਣਾ ਜੀ, ਮੂੰਹ ਤਾਂ ਬੰਦ ਕਰਨਾ ਹੀ ਪੈਣਾ। ਬਿਲਕੁਲ ਠੀਕ ਗੱਲ ਹੈ। ਚੀਨੀ, ਨਮਕ, ਘਿਓ ਜੀ, ਇਹ ਬੇਸਿਕਲੀ 3 ਫੈਕਟਰ ਹੈਗੇ ਆ। ਜਿਹੜੇ 3 ਫੈਕਟਰਸ ਤਾਂ ਤੁਹਾਨੂੰ ਟੋਟਲੀ ਅਵੋਇਡ ਕਰੋਗੇ ਤਾਂ ਗੱਲ ਬਣੇਗੀ। ਯਾਨੀ ਕਿ ਅਸੀਂ ਇਹ ਨਾ ਸੋਚੀਏ ਕਿ ਜੇ ਦਵਾਈ ਕੱਲੀ ਖਾ ਰਹੇ ਹਾਂ ਤੇ ਕੱਲੀ ਦਵਾਈ ਨਾਲ ਅਸੀਂ ਪਤਲੇ ਹੋ ਜਾਣਾ। ਨਾ, ਨਵੀਂ ਜਨਰੇਸ਼ਨ ਬਹੁਤ ਸਿਆਣੀ ਹੈ ਮੇਗਾ ਜੀ। ਉਹ ਅੱਜ ਕੱਲ ਤਾਂ ਮੈਂ ਦੇਖਿਆ ਕਿ ਬੱਚੇ ਜਿਮ ਜਾਂਦੇ ਆ ਨਾ ਜੀ, ਜਿਮ ਜਾ ਕੇ ਜੇ ਉਹਨਾਂ ਨੇ weight ਘਟਾਉਣਾ ਹੈ ਨਾ, ਉਹ ਬਿਨਾਂ ਨਮਕ ਦੇ ਬੋਇਲਡ ਐਗਸ ਖਾਈ ਜਾਂਦੇ। ਅਸੀਂ ਕਦੇ ਨਹੀਂ ਖਾ ਸਕਦੇ, ਸਾਨੂੰ ਤਾਂ ਸਵਾਦ ਹੀ ਨਹੀਂ ਲੱਗਦੇ। ਨੌਨ ਵੈਜ ਖਾਂਦੇ ਬਿਨਾਂ ਨਮਕ ਦੇ, ਬੋਇਲ ਕਰਕੇ। ਬੋਇਲਡ ਨੌਨ ਵੈਜ ਬਿਨਾਂ ਨਮਕ ਦੇ ਖਾ ਰਹੇ ਕਿਉਂਕਿ ਉਹਨਾਂ ਨੂੰ ਇੱਕ ਲਗਨ ਹੈ ਬਿਲਕੁਲ। ਤੇ ਉਸ ਲਗਨ ਨੇ, ਮੈਂ ਖੁਦ ਪਰਸਨਲੀ ਬੜੀ ਦੁਨੀਆ ਨੂੰ ਜਾਣਦਾ ਜਿਹੜੇ ਬੱਚੇ ਚੇਂਜ ਹੋਏ, ਜਿਹੜੇ ਏਡੇ ਸੀ ਤੇ ਹੁਣ ਐ ਸਲਿਮ ਟ੍ਰਿਮ ਹੋਏ ਫਿਰਦੇ। ਉਹਨਾਂ ਬੱਚਿਆਂ ਨੇ ਇਹਨੂੰ ਫੋਲੋ ਕੀਤਾ, ਸਟ੍ਰਿਕਟਲੀ ਫੋਲੋ ਕੀਤਾ ਐਂਡ ਫॉर ਮੰਥਸ, ਫॉर ਈਅਰਸ ਫੋਲੋ ਕੀਤਾ ਤਾਂ ਕਿਤੇ ਜਾ ਕੇ ਫਰਕ ਪਿਆ। ਸੋ ਓਬੈਸਿਟੀ ਕੰਟਰੋਲ ਹੋ ਸਕਦੀ ਹੈ, ਲੇਕਿਨ ਇਹਦੇ 4-5 ਫੈਕਟਰਸ ਨੂੰ ਜੇ ਅਸੀਂ ਓਵਰਆਲ ਕੰਟਰੋਲ ਕਰੀਏ ਤਾਂ ਨਾਲ ਮੈਡੀਸਿਨ ਖਾਈਏ ਤਾਂ ਸਾਨੂੰ ਡੈਫੀਨੇਟਲੀ ਫਾਇਦਾ ਹੋ ਸਕਦਾ। ਮੈਡੀਸਿਨ ਦਾ ਇੱਕ ਫਾਇਦਾ ਹੋਰ ਹੁੰਦਾ ਹੈ ਜੀ,
ਵੀ ਜੇ ਤੁਹਾਨੂੰ ਕਿਸੇ ਚੀਜ਼ ਦੇ ਸਾਈਡ ਇਫੈਕਟ ਨਾਲ ਓਬੈਸਿਟੀ ਆਈ ਹੈ, ਫਰਜ਼ ਕਰੋ ਕਿ ਦਵਾਈਆਂ ਹੀ ਖਾ ਰਹੇ ਹੋ ਜੀ, ਕੋਈ ਹੋਰ ਚੀਜ਼ ਲੈ ਰਹੇ ਹੋ ਜਿਹਦਾ ਸਾਈਡ ਇਫੈਕਟ ਹੋਇਆ ਤੁਹਾਡੀ ਬੋਡੀ ਤੇ, ਕਈ ਬਿਮਾਰੀਆਂ ਐਸੀਆਂ ਹੁੰਦੀਆਂ ਜਿਹਦੇ 'ਚ weight ਵੱਧਦਾ, ਜੇ PCOD ਹੈ ਬਿਲਕੁਲ ਉਹਦੇ 'ਚ weight ਵੱਧ ਜਾਂਦਾ weight ਵੱਧ ਜਾਂਦਾ, PCOD ਜਿਵੇਂ ਜਿਵੇਂ ਰਿਕਵਰ ਹੋਏਗੀ ਉਵੇਂ ਹੋਮਿਓਪੈਥਿਕ ਮੈਡੀਸਿਨ ਨਾਲ weight ਵੀ ਘਟੇਗਾ। weight ਘਟੇਗਾ। ਸੋ ਹੋਮਿਓਪੈਥੀ ਹੈਜ਼ ਵੰਡਰਫੁਲ ਰਿਜ਼ਲਟ ਫॉर ਓਬੈਸਿਟੀ ਪ੍ਰੋਵਾਈਡਡ ਕਿ ਉਹਦੇ ਨਾਲ ਮੇਨਟੇਨਿੰਗ ਕਾਜ਼ਸ ਤਾਂ ਸਾਨੂੰ ਹੱਲ ਕਰਨੇ ਹੀ ਪੈਣੇ ਆ ਜੀ। ਤੇ ਪ੍ਰੋਫੈਸਰ ਡਾਕਟਰ ਵਿਪੁਲ ਤ੍ਰਿਖਾ ਜੀ, ਤੁਸੀਂ ਸਾਡੇ ਪੰਜਾਬ 1 ਟੀਵੀ ਦੇ ਸਟੂਡੀਓ ਦੇ ਵਿੱਚ ਆਏ, ਤੁਸੀਂ ਬਹੁਤ ਖਾਸ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਪੰਜਾਬ 1 ਟੀਵੀ ਦਾ ਤੇ ਮੇਗਾ ਜੀ ਦਾ ਖਾਸ ਤੌਰ ਤੇ ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਤੁਹਾਡੇ ਲੱਖਾਂ ਦਰਸ਼ਕਾਂ ਦੇ ਰੂਬਰੂ ਆ ਸਕਿਆ। ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ।